ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ। ਕੀ ਹਾਲ ਹੈ? ਵਧੀਆ ਜੀ ਵਧੀਆ। ਵੈਲਕਮ। ਮੈਸੇਜ ਕਰਾਂ ਜਰਾ ਰਿਮਾइंडर। ਹਾਂਜੀ ਮੈਂ ਇੱਕ ਮਿੰਟ ਰਿਕਾਰਡਿੰਗ ਪੌਜ਼ ਕਰਾਂ ਪਹਿਲੇ। ਰਿਕਾਰਡਿੰਗ ਇੰਨੀ ਤੇ ਇੱਕ ਬੰਦਾ ਕਹਿੰਦਾ ਜੀ ਉਹਨਾਂ ਨੇ ਇੰਨੀਆਂ ਹਿਮਜੋਤੀਆਂ ਕਿਉਂ ਰੱਖੀਆਂ ਸਨ ਤੇ ਸਾਨੂੰ ਮਾਣ ਆ ਵੀ ਇੱਕ ਸਾਡੀ ਹਾਲੈਂਡ ਵਾਲੀ ਹੈਗੀ ਆ ਅਮਰਜੋਤੀ ਤੇ ਇੱਕ ਅਮਰਜੋਤੀ ਇੰਡੀਆ 'ਚ ਆ। ਹਾਂ ਜੀ ਜੀ। ਕੋਲ ਇੱਕ ਹੋਰ ਜੋਤੀ ਵੀ ਹੈ ਜਿਹੜੇ ਅਮਰਜੋਤੀ ਮੰਗਟ ਇੰਡੀਆ ਵਾਲੀ, ਉਹ ਵੀ ਕਾਊਂਟ ਕਰ ਲਓ। ਤੇ ਮੈਂ ਉਹਦੇ ਕਰਕੇ ਕਿਹਾ ਜੀ ਉਹਨਾਂ ਦਾ ਹੀ ਕਿਹਾ। ਇੱਕ ਇੰਗਲੈਂਡ ਵਾਲੀ। ਨਹੀਂ ਮੈਂ ਅਮਰਜੋਤੀ ਤੋਂ ਜਿਹੜੀ ਅਮਰਜੋਤੀ ਮੰਗਟ ਹੈ ਉਹਦੇ ਤੱਕ ਗੱਲ ਕੀਤੀ ਹੈਗੀ। ਮੁਬਾਰਕਾਂ ਜੋਤੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੁਬਾਰਕਾਂ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਜੀ। ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਨੀਤਾ ਦੀਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਨੂੰ ਦੇਰ ਹੋ ਗਈ, ਮੈਂ ਮਾਨਸਾ ਤੋਂ ਆਈ ਹਾਂ ਹੁਣੇ। ਅੱਛਾ, ਵੈਲਕਮ ਵੈਲਕਮ। ਹੈਲੋ ਰਮਿੰਦਰ। ਹੈਲੋ ਸਰ। ਸਾਡੀ ਸ਼ਾਈਨਿੰਗ ਸਟਾਰ ਹੈ ਇਹ ਵਨੀਤਾ ਜੀ। ਦੀਵਾਲੀ ਮੁਬਾਰਕ। ਬਹੁਤ ਬਹੁਤ ਤੁਹਾਨੂੰ ਵੀ ਜੀ, ਤੁਹਾਨੂੰ ਵੀ ਦੀਵਾਲੀ ਮੁਬਾਰਕ। ਸਾਰੇ ਬਹੁਤ ਐਕਸਾਈਟਿਡ ਸੀ ਡਾਕਟਰ ਵਨੀਤਾ ਜੀ ਨੂੰ ਸੁਣਨ ਲਈ। ਇਹ ਸਾਨੂੰ ਲੱਭਦੇ ਮਸਾਂ ਆ ਨਾ। ਸੱਚੀ ਅਸੀਂ ਬੜੀ ਮੁਸ਼ਕਲ ਕਾਬੂ ਕੀਤਾ। ਇਨ ਪਰਸਨ ਤੇ ਆਏ ਨਹੀਂ ਸਾਡੇ ਕੋਲ ਕਾਬੂ। ਅਸੀਂ ਇਨ ਪਰਸਨ ਆਇਆ ਸੀ। ਗੱਲ ਨਹੀਂ ਹੈ, ਮੈਂ ਕੋਸ਼ਿਸ਼ ਵੀ ਕਰਦੀ ਹਾਂ ਪਰ ਕਦੇ ਕਦੇ ਪਤਾ ਨਹੀਂ ਇਸ ਤਰ੍ਹਾਂ ਹੋ ਜਾਂਦਾ ਕਿ ਪ੍ਰੋਗਰਾਮ ਨਾ ਕਲੈਸ਼ ਕਰ ਜਾਂਦਾ, ਡੇਟਸ ਕਲੈਸ਼ ਕਰ ਜਾਂਦੀਆਂ। ਨਹੀਂ ਮੈਂ ਤਾਂ ਆਲਵੇਜ਼ ਅਵੇਲੇਬਲ ਹਾਂ। ਹਾਂ ਨਹੀਂ ਮੈਨੂੰ ਪਤਾ ਸੌਖਾ ਹੋ ਜਾਂਦਾ ਹੈ। ਉਸ ਤਰ੍ਹਾਂ ਫਿਜ਼ੀਕਲੀ ਆਉਣ 'ਚ ਮੈਨੂੰ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਕਿ ਬਈ ਨਹੀਂ ਟਾਈਮ ਸਿਰ ਪਹੁੰਚ ਪਾਉਂਦੀ ਜਾਂ ਕੋਈ ਜੁੜੇ ਹੁੰਦੇ ਨੇ ਨਾਲ ਡਾਕਟਰ ਸੋਲ ਹਮੇਸ਼ਾ ਜੁੜੇ ਹੁੰਦੇ ਸਾਡੇ ਨਾਲ। ਤੇ ਆਨਲਾਈਨ ਤਾਂ ਮੈਂ ਕਦੇ ਵੀ ਮਨਾ ਨਹੀਂ ਕੀਤਾ, ਹਮੇਸ਼ਾ ਅਵੇਲੇਬਲ। ਹਮੇਸ਼ਾ ਮੈਂ ਤਾਂ ਕਿਹਾ 2 ਸਾਲ ਹੋ ਜਾਣੇ ਅਗਲੇ ਮਹੀਨੇ, ਪਰ ਤੁਸੀਂ ਹਮੇਸ਼ਾ ਸ਼ੁਰੂ ਤੋਂ ਸਾਡੇ ਨਾਲ। ਉਹ ਕਵੀ ਸੰਮੇਲਨ ਕਰਾਏ ਨੇ, ਟਾਕਸ ਕਰਾਈਆਂ ਹੈ, ਇੰਟਰਵਿਊਜ਼ ਕਰਾਏ ਹੈ। I was always there. ਜੀ ਜੀ। ਇਹ ਸਾਰੀ ਰਮਿੰਦਰ ਜੀ ਦੀ ਘਾਲਣਾ ਆ, ਰਮਿੰਦਰ ਜੀ ਦੇ ਐਫਰਟਸ। ਉਹ ਤਾਂ ਬਹੁਤ ਸਾਰੇ ਨਾਲ ਸਾਥ ਨਾ ਦੇਣ, ਮੈਂ ਇਕੱਲੀ ਕੀ ਕਰ ਸਕਦੀ ਹਾਂ। ਕੈਨੇਡਾ ਵਾਲੇ ਬਹੁਤ ਪਿਆਰੇ ਮਿੱਤਰ ਨੇ, ਸੁਰਜੀਤ ਜੀ, ਰਮਿੰਦਰ ਜੀ, ਕੁੱਦੋਵਾਲ ਜੀ, ਮਿੰਟੂ ਸਾਰੇ। ਇੱਕ ਸਾਡੀ ਮਿੰਟੂ ਹੈ ਜਿਹੜੀ ਇੰਨੀ ਪਿਆਰੀ, ਇਹ ਤਾਂ ਮੇਰੀ ਹਮਜੋਲਨ ਨਿਕਲੀ ਨਾ ਅੰਮ੍ਰਿਤਸਰ ਤੋਂ। ਤੁਹਾਨੂੰ ਨਹੀਂ ਪਤਾ ਡਾਕਟਰ ਵਨੀਤਾ ਜੀ, ਮੈਂ ਵੀ ਤਾਂ ਅੰਮ੍ਰਿਤਸਰ ਤੋਂ ਹਾਂ। ਮੈਂ ਤਾਂ ਪੂਰੀ ਤੇ ਮੈਂ ਵੀ ਹਾਂ। ਇਹ ਤਾਂ ਮੇਰਾ ਛੱਡ ਤੋਂ ਹੈ, ਮੈਂ ਤਾਂ ਪੂਰੀ ਅੰਮ੍ਰਿਤਸਰ ਦੀ। ਮੈਨੂੰ ਨਾ ਮੈਂ ਵੀ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਜੀ। ਅੰਮ੍ਰਿਤਸਰ ਮੇਰੇ ਨਾਨਕੇ ਗੁਰਦਾਸਪੁਰ ਹੈ, ਦੇਖ ਲਓ ਤੁਸੀਂ ਗੁਰਦਾਸਪੁਰ ਦੇ ਵੀ ਹੋ ਬਹੁਤ ਸਾਰੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸਾਰੇ ਅੱਜ ਮਾਝੇ ਦੇ ਰਹਿੰਦੇ, ਸਾਰੇ ਮਾਝੇ ਵਾਲੇ ਰਲ ਗਏ, ਰੱਬ ਖੈਰ ਕਰੇ। ਨਹੀਂ ਡਾਕਟਰ ਸਰਬਜੀਤ ਕੌਰ ਸੋਲ, ਮੈਂ ਜੰਮੀ ਮੇਰੀ ਜਿਹੜੀ ਹੈ ਨਾ ਦੁਆਬੇ ਦੀ ਆ। ਕੋਈ ਗੱਲ ਨਹੀਂ, ਅਸੀਂ ਦੁਆਬੇ ਵਾਲੇ ਹੈਗੇ ਵਿੱਚ ਬੈਲੈਂਸ ਕਰਨ ਵਾਸਤੇ। ਅਸੀਂ ਦੁਆਬਾ ਵੀ ਪੂਰਾ ਰੱਖਦੇ ਹਾਂ। ਮੇਰੇ ਬਚਪਨ ਮੈਂ ਵੀ ਜਲੰਧਰ ਪੜ੍ਹੀ ਹਾਂ ਜੀ। ਅਸੀਂ ਦੁਆਬੇ ਵਾਲੇ ਹੈਗੇ ਬੈਲੈਂਸ ਕਰਨ ਲਈ, ਨੋ ਪ੍ਰੋਬਲਮ। ਅਸੀਂ ਦੁਆਬਾ ਵੀ ਪੂਰਾ ਰੱਖਦੇ ਹਾਂ। ਨਾ ਦੁਆਬੇ 'ਚ ਕਿਹੜਾ ਏਰੀਆ ਆਉਂਦਾ? ਮਲਵਈ, ਮਝੈਲ, ਆਪਾਂ ਕਹੀਏ ਅਸੀਂ ਸਾਰੇ ਪੰਜਾਬੀ ਇਕੱਠੇ ਹੋਏ ਆ। ਐਗਜ਼ੈਕਟਲੀ। ਹਾਂ ਆ ਗਏ। ਮਾਝਾ, ਮਾਲਵਾ, ਦੁਆਬਾ, ਅਸੀਂ ਸਾਰੇ ਸਾਰਾ ਜਿਹੜਾ ਹੈ ਨਾ ਉਹ ਸਾਡੇ। ਹਾਂਜੀ। ਹੁਣ ਤਾਂ ਕੈਨੇਡਾ ਵੀ ਪੰਜਾਬ ਹੀ ਆ, ਸਾਨੂੰ ਤਾਂ ਪੰਜਾਬ ਹੀ ਲੱਗਦਾ। ਬਿਲਕੁਲ ਹੈ ਹੀ ਪੰਜਾਬ। ਡਾਕਟਰ ਸੋਹਲ ਜੀ ਮੁਬਾਰਕਾਂ। ਇੱਕ ਗਾਣਾ ਵੀ ਆਇਆ ਸੀ ਨਾ, ਇੱਕ ਗਾਣਾ ਆਇਆ ਸੀ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਕਿਤੇ ਦੇ ਵਿੱਚ ਪੌਣ ਤੁਹਾਨੂੰ ਅੱਜ ਜੱਟੀਆਂ ਨਜ਼ਰ ਆ ਰਹੀਆਂ ਨੇ ਸਾਹਮਣੇ, ਇਸ ਕਰਕੇ ਕੁਲਜੀਤ ਜੀ ਨੂੰ ਪਤਾ ਹੀ ਹੈ, ਉਹ ਕੁਲਜੀਤ ਜੀ ਨੂੰ ਵੇਖਿਆ ਹੈ, ਕੁਲਜੀਤ ਜੀ ਨੇ ਕਿ ਕਿੱਦਾਂ ਧਮਾਲਾਂ ਪਾਉਂਦੀਆਂ। ਹਾਂ ਸਰਬਜੀਤ ਮੈਮ ਸਤਿ ਸ਼੍ਰੀ ਅਕਾਲ। ਮੈਂ
ਸੁਣ ਰਹੀ ਸੀ ਤੁਹਾਨੂੰ, ਮੈਂ ਕਿਹਾ ਹਾਂ, ਬਾਅਦ ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਰੀਏ ਸ਼ੁਰੂ ਜੀ, ਸਾਰੇ ਫਿਰ ਆਪਾਂ ਸਾਰੇ ਹਾਂਜੀ। ਖਾਨੇ ਫੁੱਲ ਹੈ, इससे करिए। देखो कोई रह तो नहीं गया वो होस्ट वाला? ਨਹੀਂ ਜੀ, ਡਨ। ये कौन आईफोन? ਮੈਡਮ ਮੇਰਾ ਕੀਤਾ ਉਹ ਹੋਸਟ, ਮੈਂ ਫਿਰ ਮੈਮ ਦੀ ਸਕਰੀਨ ਸ਼ੇਅਰ ਕਰਾਂਗੀ। हाँ जी कितना होया दोबारा कर ਤੇ ਕੀਤਾ, ਦੇਖੋ ਤੁਸੀਂ ਕਿੱਤਾ ਥੱਲੇ ਹੋਇਆ ਤੁਹਾਨੂੰ? ਤੁਹਾਡੇ ਆ ਗਏ। ਠੀਕ ਹੈ, ਠੀਕ। चेक करो कुलजीत जी। ਹਾਂਜੀ ਹਾਂਜੀ, ਦੇਖ तो तो करना है ना। ਜੀ। ਕੀ ਲਿਖਿਆ ਸੀ? ਰਾਜਵੀਰ ਫਾਦਰ ਲਾ ਤੇ ਮੁੜ ਕੇ ਪੜਿਆ ਨਹੀਂ ਗਿਆ ਰਾਜਵੀਰ ਨੇ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹਸਪੀਟਲ 'ਚ, ਮੇਰੀ ਬੈਟਰੀ ਲੋ ਹੈ, ਪਰ ਮੈਂ ਸੁਣ ਰਹੀ ਹਾਂ। ਅੱਛਾ ਹਾਂ, ਇਹਨਾਂ ਦੇ ਫਾਦਰ ਲਾ ਬਿਮਾਰ ਕਹਿ ਰਹੇ ਸੀ ਰਾਤ। ਇਹ ਆਈਫੋਨ ਤੋਂ ਕੌਣ ਕਿਸਨੇ ਜੁਆਇਨ ਕੀਤਾ ਹੈ ਉਹ ਮੈਂ ਇਹ ਪੁੱਛ ਰਹੀ ਸੀ। ਹਾਂਜੀ ਇਹ ਪੁੱਛ ਲਿਆ ਕਰੋ ਜੀ। ਜੀ ਕਰੋ ਸ਼ੁਰੂ ਜੀ। ਜੀ ਕਰੋ ਰਿੰਟੂ ਜੀ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਬਹੁਤ ਜੀ ਆਇਆਂ, ਖੁਸ਼ ਆਮਦੀਦ ਸਾਰਿਆਂ ਨੂੰ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਇਹ ਜਿਹੜੇ ਸਾਂਝੇ ਉਪਰਾਲੇ ਹੈ, ਇੱਕ ਅਸੀਂ ਕਾਵ ਮਿਲਣੀ ਤੇ ਦੂਸਰਾ ਸਿਰਜਣਾ ਦੇ ਆਰ ਪਾਰ। ਸਿਰਜਣਾ ਦੇ ਆਰ ਪਾਰ ਦੇ ਵਿੱਚ ਅਸੀਂ ਰੂਬਰੂ ਕਰਦੇ ਹਾਂ, ਕਾਵ ਮਿਲਣੀ ਦੇ ਵਿੱਚ ਅਸੀਂ ਕਵੀ ਦਰਬਾਰ ਕਰਦੇ ਹਾਂ। ਤੇ ਸਾਨੂੰ ਲਗਭਗ ਮਤਲਬ ਨੈਕਸਟ ਮੰਥ ਮਤਲਬ 2 ਸਾਲ ਹੋ ਹੀ ਗਏ। ਅਕਤੂਬਰ ਖਤਮ ਹੋ ਗਿਆ, ਨਵੰਬਰ ਚੜ ਜਾਣਾ ਤੇ ਨਵੰਬਰ ਦਾ ਸਾਡਾ ਜਿਹੜਾ ਆ ਉਹ ਸਾਨੂੰ ਲੱਗਦਾ ਲਗਾਤਾਰ ਜਿਹੜੇ ਆ ਉਹ 2 ਸਾਲ ਹੋ ਜਾਂਦੇ ਆ ਕਿ ਇਸ ਪ੍ਰੋਗਰਾਮ ਨੂੰ ਕਰਦੇ ਆ। ਤੇ ਮੈਂ ਆਪਣੀ ਸਾਰੀ ਟੀਮ ਜਿਹੜੀ ਹੈ ਸਾਡੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ, ਸਭ ਤੋਂ ਪਹਿਲਾਂ ਤੇ ਮੈਂ ਰਮਿੰਦਰ ਵਾਲੀਆ ਜੀ ਨੂੰ ਬਹੁਤ ਮਤਲਬ ਮੁਬਾਰਕਬਾਦ ਦੇਣੀ ਆ, ਔਰ ਨਾਲ ਦੀ ਨਾਲ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੂੰ ਮੁਬਾਰਕਬਾਦ ਦੇਣੀ ਆ ਕਿਉਂਕਿ ਉਹਨਾਂ ਨੇ ਜਿਹੜਾ ਸਾਨੂੰ ਸਹਿਯੋਗ ਦਿੱਤਾ ਹੈ, ਉਹਦੇ ਨਾਲ ਅਸੀਂ ਹੋਰ ਵੀ ਜਿਹੜੀਆਂ ਪੁਲਾਂਘਾਂ ਪੁੱਟੀਆਂ ਨੇ, ਅਸੀਂ ਹੋਰ ਜਿਹੜਾ ਹੈ ਸਾਨੂੰ ਇਹ ਸਿਰਜਣਾ ਦੇ ਆਰ ਪਾਰ ਉਹਨਾਂ ਦੀ ਸੀਗਾ ਕਿ ਅਸੀਂ ਇੱਕ ਸਿਰਜਣਾ ਦੇ ਆਰ ਪਾਰ ਅਸੀਂ ਪ੍ਰੋਗਰਾਮ ਕਰੀਏ। ਮੈਗਜ਼ੀਨ ਵੀ ਸ਼ੁਰੂ ਕੀਤੀ ਹੋਈ ਹੈ ਨਾ ਜੀ। ਅਸੀਂ ਅੰਤਰਰਾਸ਼ਟਰੀ ਜਿਹੜਾ ਹੈ, ਅੰਤਰਰਾਸ਼ਟਰੀ ਜਿਵੇਂ ਸਾਡਾ ਨਾਂ ਹੀ ਹੈ ਅੰਤਰਰਾਸ਼ਟਰੀ, ਤੇ ਅਸੀਂ ਇਹ ਖਿੜਕੀਆਂ ਖੋਲ ਕੇ ਕਿੰਨੀ ਦੂਰੋਂ ਜਿਹੜੇ ਸਾਡੇ ਨਾਲ ਜਿਹੜੀ ਸਾਡੀ ਸਾਂਝ ਪਈ ਹੈ, ਸਾਡੇ ਸਾਰਿਆਂ ਦੇ ਨਾਲ ਸਾਂਝ ਪਈ ਹੈ। ਮਤਲਬ ਅਸੀਂ ਖੁਸ਼ਕਿਸਮਤ ਹਾਂ। ਤੇ ਇਹਦੇ ਵਿੱਚ ਰਮਿੰਦਰ ਵਾਲੀਆ ਜੀ ਸਾਡੇ ਪ੍ਰਧਾਨ ਮਤਲਬ ਸਰਪ੍ਰਸਤ ਨੇ, ਪ੍ਰਬੰਧਕ ਨੇ, ਫਾਊਂਡਰ ਨੇ। ਸੁਰਜੀਤ ਕੌਰ ਜੀ ਸਾਡੇ ਸਰਪ੍ਰਸਤ ਨੇ, ਪਿਆਰਾ ਸਿੰਘ ਕੁੱਦੋਵਾਲ ਜੀ ਚੀਫ ਐਡਵਾਈਜ਼ਰ ਨੇ, ਕੁਲਜੀਤ ਕੌਰ ਜੀ ਸੀਨੀਅਰ ਮੀਤ ਪ੍ਰਧਾਨ ਨੇ, ਅਮਰਬੀਰ ਧਾਮੀ ਜੀ ਜਨਰਲ ਸਕੱਤਰ ਨੇ। ਤੇ ਮੈਂ ਇਹਨਾਂ ਸਾਰਿਆਂ ਦੇ ਜਿਹੜਾ ਹੈ ਨਾ, ਇਹਨਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਹੈ ਕਿਉਂਕਿ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇਹ ਪ੍ਰੋਗਰਾਮ ਜਿਹੜਾ ਸਾਡਾ ਹੈ ਉਹ ਨੇਪਰੇ ਚੜ੍ਹਦੇ ਨੇ। ਤੇ ਮੈਂ ਬਹੁਤ ਅੱਜ ਜਿਹੜਾ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਨਾਲ ਡਾਕਟਰ ਵਿਨੀਤਾ ਜੀ ਆਏ ਤੇ ਇੰਡੀਆ ਤੋਂ ਹੈ ਇਸ ਵੇਲੇ ਕੈਨੇਡਾ 'ਚ ਨੇ, ਪਰ ਬੈਠੇ ਸਾਡੀ ਖਿੜਕੀ ਦੇ ਵਿੱਚ ਨੇ। ਤੇ ਅਸੀਂ ਉਹਨਾਂ ਨੂੰ ਬਹੁਤ ਖੁਸ਼ ਆਮਦੀਦ ਕਹਿੰਦੇ ਆ ਕਿ ਡਾਕਟਰ ਵਿਨੀਤਾ ਸਾਡੇ ਨਾਲ ਆਏ ਨੇ। ਤੇ ਮੈਂ ਕਹਿੰਦੇ ਆ ਨਾ ਕਿ ਹੱਸਦੇ ਚਿਹਰੇ ਜਿਹੜੇ ਹੁੰਦੇ ਆ ਇਤਰ ਦੀ ਦੁਕਾਨ ਵਰਗੇ ਹੁੰਦੇ ਆ, ਤੇ ਵਿਨੀਤਾ ਜੀ ਜਿਹੜੇ ਆ ਉਹ ਸੱਚਮੁੱਚ ਇਤਰ ਦੀ ਦੁਕਾਨ ਵਰਗੇ ਹੈ। ਨਾ ਵੀ ਕੁਝ ਅਸੀਂ ਉਹਨਾਂ ਕੋਲੋਂ ਖਰੀਦੀਏ ਨਾ, ਪਰ ਫਿਰ ਵੀ ਸਾਨੂੰ ਮਹਿਕ ਜਿਹੜੀ ਹੈ ਨਾ ਉਹ ਮਿਲ ਹੀ ਜਾਂਦੀ ਹੈ, ਥੋੜੀ ਬਹੁਤ ਜਿਹੜੀ ਹੈ ਨਾ ਉਹ ਮਹਿਕ ਮਿਲ ਜਾਂਦੀ ਹੈ। ਤੇ ਕਹਿੰਦੇ ਆ ਕਿ ਜਿਹੜੇ ਫੁੱਲ ਵੇਚਦੇ ਆ ਨਾ, ਵਿਨੀਤਾ ਜੀ ਫੁੱਲ ਵੇਚਦੇ ਕੀ ਹੈ, ਸਾਨੂੰ ਵੰਡਦੇ ਆ, ਫ੍ਰੀ 'ਚ ਵੰਡਦੇ ਆ। ਤੇ ਉਹਨਾਂ ਦੀ ਮਹਿਕ ਜਿਹੜੀ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਜਿਹੜੀ ਆ ਉਹ ਮਹਿਕਾ ਦਿੰਦੀ ਹੈ। ਤੇ ਮੈਂ ਤੇ ਡਾਕਟਰ ਵਿਨੀਤਾ, ਮੈਂ ਬਹੁਤ ਅਸੀਂ ਖੁਸ਼ਕਿਸਮਤ ਹਾਂ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸਾਡੀਆਂ ਖੁਸ਼ਕਿਸਮਤ ਹੈ ਕਿ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਆਮਦ ਸੇ ਪਹਿਲੇ ਤੇਰੀ ਸਜਾਤੇ ਕਹਾਂ ਸੇ ਫੂਲ, आमद से पहले तेरी सजाते कहाँ से फूल, मौसम बहार का तो तेरे साथ आया है। तो क्या बात है डॉक्टर विनीता। ਤੇ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਡਾਕਟਰ ਵਿਨੀਤਾ ਜਿਹੜੇ ਆ ਉਹਨਾਂ ਦੀ ਉੱਥੋਂ ਦੀ ਸਾਂਝ ਜਿਹੜੀ ਹੈ ਉਹ ਡਾਕਟਰ ਸਰਬਜੀਤ ਕੌਰ ਸੋਹਲ ਜੀ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਹੋਈ। ਵੈਸੇ ਤੇ ਡਾਕਟਰ ਵਿਨੀਤਾ ਸਾਡੇ ਨਾਲ ਮਿਲਦੇ ਰਹੇ ਆ, ਸਾਨੂੰ ਪਰਸਨਲ ਵੀ ਅਸੀਂ ਇਹਨਾਂ ਨੂੰ ਮਿਲੇ ਆ, ਦਿਸ਼ਾ 'ਚ ਮਿਲੇ ਸੀ, ਫਿਰ ਦੁਬਾਰਾ ਇੱਕ ਹੋਰ ਕਾਨਫਰੰਸ 'ਚ ਮਿਲੇ ਆ। ਮਿਲਣ ਦਾ ਬਹੁਤ
ਮੈਨੂੰ ਤੇ ਇਹਨਾਂ ਦਾ ਸੁਭਾਅ ਜਿਹੜਾ ਨਾ ਇੰਨਾ ਸਹਿਜ ਮਿੱਠਾ ਸਰਲ ਸੁਭਾਅ, ਔਰ ਇਹਨਾਂ ਦੀ ਬਾਣੀ ਜਿਹੜੀ ਹੈ ਬੋਲਣ ਦਾ ਸਟਾਈਲ ਹੈ, ਮਤਲਬ ਮੈਂ ਤੇ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੁਹਾਡੇ ਕੰਟੈਸਟ ਦੇ ਵਿੱਚ ਆਈ ਹਾਂ। ਤੇ ਹੁਣ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੂੰ ਕਹਾਂਗੀ ਕਿ ਉਹ ਪਲੀਜ਼ ਅੱਜ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਨ, ਵੈਲਕਮ ਕਰਨ ਜੀ। ਡਾਕਟਰ ਸਰਬਜੀਤ ਕੌਰ ਸੋਹਲ ਜੀ। ਜੀ ਬਹੁਤ ਸ਼ੁਕਰੀਆ ਰਿੰਟੂ ਭਾਟੀਆ ਜੀ, ਤੁਸੀਂ ਇੰਨਾ ਕੁਝ ਕਹਿਤਾ ਮੇਰੇ ਲਈ ਕੁਝ ਨਹੀਂ ਬਚਿਆ, ਤੁਸੀਂ ਫੁੱਲ ਵੀ ਵੰਡਦੇ, ਪਤਾਸੇ ਵੀ ਵੰਡਦੇ। ਕਈ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੁਹੱਬਤੀ ਹੁੰਦੀਆਂ, ਤੇ ਉਹ ਮੁਹੱਬਤੀ ਸ਼ਖਸੀਅਤਾਂ ਜਦੋਂ ਸਾਧ ਮੁਰਾਦੀਆਂ ਸਹਿਜ ਅਵਸਥਾ 'ਚ ਪਹੁੰਚ ਜਾਂਦੀਆਂ ਨੇ ਤੇ ਉਹ ਫਿਰ ਡਾਕਟਰ ਵਨੀਤਾ ਵਾਂਗ ਹੋ ਜਾਂਦੀਆਂ ਨੇ। ਜਿੱਥੇ ਜਾਂਦੀਆਂ ਨੇ ਇਤਰ ਦੀਆਂ ਖੁਸ਼ਬੂਆਂ ਆਉਂਦੀਆਂ ਨੇ। ਜਿੱਥੇ ਕੀ ਕਹਿੰਦੇ ਹੁੰਦੇ ਆ, ਜਿੱਥੇ ਵਗਦੀ ਏ ਰਾਵੀ ਵੀ ਖਲੋ, ਉੱਥੇ ਮੇਰਾ ਪਿਆਰ ਵਸਦਾ, ਜਿੱਥੇ ਵਗਦੇ ਨੇ ਇਤਰਾਂ ਦੇ ਚੋ। ਸੋ ਜਿੱਥੇ ਤੁਸੀਂ ਜਾਣਦੇ ਹੋ ਇਤਰ ਉੱਥੇ ਹੀ ਨੇ, ਹੁਣ ਕੈਨੇਡਾ ਨੇ। ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਡਾਕਟਰ ਵਨੀਤਾ ਜੀ ਬਾਰੇ, ਬਹੁਤ ਲੰਬੀ ਘਾਲਣਾ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਵੀ, ਔਰ ਪੰਜਾਬੀਅਤ ਲਈ ਔਰ ਪੰਜਾਬੀ ਭਾਸ਼ਾ ਦੇ ਲਈ। ਇਸ ਵੇਲੇ ਜਿਹੜੀ ਕਹਿ ਲੋ ਕਿ ਪੰਜਾਬੀ ਸਾਹਿਤ ਦੇ ਲਈ ਸਭ ਤੋਂ ਉੱਚ ਥਾਮ ਜਿਹੜਾ ਆ ਉਹ ਹੈਗਾ ਸਾਹਿਤ ਅਕੈਡਮੀ ਦੇ ਵਿੱਚ ਪੰਜਾਬੀ ਭਾਸ਼ਾ ਦੀ ਜਿਹੜੀ ਰਹਿਨੁਮਾਈ ਕਰਨਾ। ਸੋ ਉਸ ਕਨਵੀਨਰ ਦੇ ਵਜੋਂ ਡਾਕਟਰ ਵਨੀਤਾ ਜੀ ਸੁਸ਼ੋਭਿਤ ਨੇ, ਔਰ ਮੈਂ ਵੇਖਿਆ ਕਿ ਜਿੰਨੇ ਵੀ ਇਨਾਮ ਹੁਣ ਇਹਨਾਂ ਦੇ ਸਮੇਂ ਦੇ ਵਿੱਚ ਮਿਲੇ ਨੇ ਉਹ ਬਿਲਕੁਲ ਕਹਿ ਲੋ ਕਿ ਡਿਜ਼ਰਵਿੰਗ ਪਰਸਨਸ ਨੂੰ ਮਿਲੇ ਨੇ। ਤੇ ਸਾਨੂੰ ਇਹ ਵੀ ਮਾਣ ਆ ਕਿ ਅਸੀਂ ਇਹਨਾਂ ਨਾਲ ਬਹੁਤ ਸਾਡੀ ਸਾਂਝ ਆ। ਇਹ ਮੈਨੂੰ ਲੱਗਦਾ ਪੂਰੇ ਵਿਸ਼ਵ ਦੇ ਲੋਕਾਂ ਨੂੰ ਇਹਨਾਂ ਨਾਲ ਮੁਹੱਬਤ ਆ, ਤੇ ਉਹ ਮੁਹੱਬਤ ਹੁਣ ਸ਼ਬਦਾਂ 'ਚ ਤਾਂ ਬਿਆਨ ਨਹੀਂ ਹੋ ਸਕਦੀ। ਸੋ ਇਹਨਾਂ ਨੇ ਬੜਾ ਲੰਬਾ ਸਮਾਂ ਪ੍ਰੋਫੈਸਰੀ ਕੀਤੀ ਆ, ਔਰ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਸਾਰੇ ਪੰਜਾਬੀ ਦੇ ਲਈ ਜਿਹੜੇ ਨੇ ਨੌਜਵਾਨਾਂ ਨੂੰ ਪ੍ਰੋਫੈਸਰ ਰੱਖਿਆ, ਅਸਿਸਟੈਂਟ ਪ੍ਰੋਫੈਸਰ ਰੱਖਿਆ। ਔਰ ਸਾਹਿਤ ਦੇ ਲਈ ਇਹਨਾਂ ਦੀ ਜਿਹੜੀ ਸਾਹਿਤ ਸਿਰਜਣਾ ਆ ਉਹ ਫਿਰ ਕਈ ਵਾਰੀ ਪਿੱਛੇ ਰਹਿ ਜਾਂਦੀ ਜਦੋਂ ਅਸੀਂ ਇਹੋ ਜਿਹੇ ਅਹੁਦਿਆਂ ਤੇ ਹੋਈਏ ਤਾਂ। ਪਰ ਨਾਲ ਨਾਲ ਸਾਹਿਤਕ ਸਫ਼ਰ ਵੀ ਇਹਨਾਂ ਨੇ ਕੀਤਾ, ਔਰ ਇਸ ਵੇਲੇ ਵੈਲ ਸੈਟਲਡ ਪਰਿਵਾਰ, ਬੱਚੇ, ਸਾਰਾ ਕੁਝ ਇਹਨਾਂ ਦਾ ਪਰਮਾਤਮਾ ਨੇ ਬੜੀ ਮਿਹਰ ਕੀਤੀ ਆ। ਸੋ ਅੱਜ ਦੇ ਇਸ ਪ੍ਰੋਗਰਾਮ ਸਾਹਿਤਕ ਸਾਂਝਾ, ਅੰਤਰਰਾਸ਼ਟਰੀ ਸਾਹਿਤਕ ਸਾਂਝਾ ਤੇ ਪੰਜਾਬ ਸਾਹਿਤ ਅਕਾਦਮੀ ਦੇ ਸਾਂਝੇ ਉਪਰਾਲੇ ਵਜੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਵਨੀਤਾ ਜੀ, ਜਗੀਰ ਸਿੰਘ ਕਾਲੋਂ ਜੀ, ਮੈਡਮ ਸੁਰਜੀਤ ਜੀ, ਰਿੰਟੂ ਭਾਟੀਆ ਜੀ, ਸਾਡੇ ਰਮਿੰਦਰ ਵਾਲੀਆ ਜੀ, ਜਿਨ੍ਹਾਂ ਨੂੰ ਰਾਤ 2 ਵਜੇ ਤੱਕ ਉਹ ਜਾਗਦੇ ਹੁੰਦੇ ਨੇ, ਮੈਸੇਜ ਕਰ ਰਹੇ ਹੁੰਦੇ ਨੇ, ਅਖਬਾਰ ਦੀਆਂ ਖਬਰਾਂ ਲਿਖ ਰਹੇ ਹੁੰਦੇ ਨੇ। ਪਰਮਾਤਮਾ ਇਹਨਾਂ ਨੂੰ ਹੋਰ ਤੰਦਰੁਸਤੀ ਦੇਵੇ, ਹੋਰ ਕੰਮ ਕਰਨ ਦੀ ਸਮਰੱਥਾ ਦੇਵੇ। ਸੋ ਇਹ ਜਿਹੜਾ ਪ੍ਰੋਗਰਾਮ ਨੇ ਉਹ ਇਹਨਾਂ ਦੀ ਕਹਿ ਲੋ ਕਿ ਪਿੱਛੇ ਰਹਿ ਕੇ, ਉਹ ਜਦੋਂ ਮੰਚ ਦੇ ਪਿੱਛੇ ਰਹਿ ਕੇ ਜਿਹੜਾ ਕੰਮ ਕਰਦੇ ਨੇ ਉਸ ਦੀ ਬਹੁਤ ਵੱਡੀ ਦੇਣ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਇਸ ਮੰਚ ਦੇ ਉੱਤੇ, ਔਰ ਪੰਜਾਬ ਸਾਹਿਤ ਅਕੈਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੰਚ ਤੇ, ਉਹ ਬਹੁਤ ਹੀ ਉਹਨਾਂ ਦਾ ਨਿੱਘਾ ਸਵਾਗਤ ਹੈ, ਉਹਨਾਂ ਨੂੰ ਜੀ ਆਇਆਂ ਨੂੰ। ਔਰ ਇਹਦੇ ਨਾਲ ਮੈਂ ਇਹ ਵੀ ਕਹਾਂਗੀ ਕਿ ਕੱਲ ਦੀਵਾਲੀ ਆ। ਸੋ ਅਸੀਂ ਸਾਰਿਆਂ ਨੇ, ਮੈਂ ਇੱਕ ਕਹਿ ਲਓ ਕਿ 3 ਦਿਨ ਦੇ ਮਿਸ਼ਨ ਤੇ ਸੀ, ਜਿਹਦੇ ਵਿੱਚ ਸਾਡਾ ਕਾਲਜ ਤੇ ਸਕੂਲ ਦਾ ਰਾਇਲ ਗਰੁੱਪ ਆਫ ਕਾਲਜਸ ਗੋੜਾਵਾਲ, ਤੇ ਇੱਕ ਸਾਡੇ ਕੋਲੇ ਸਕੂਲ ਆ ਨੰਨੇ ਮੁੰਨਿਆਂ ਦਾ ਰਾਇਲ ਗਲੋਬਲ ਸਕੂਲ, ਜਿੱਥੇ ਅਸੀਂ ਉਹਨਾਂ ਬੱਚਿਆਂ ਦੇ ਨਾਲ ਜਾ ਕੇ ਸਿਰਜਣਾਤਮਕ ਕਾਰਜ ਕੀਤਾ, ਦੀਵੇ ਬਣਾਏ, ਉਹਨਾਂ ਨੇ ਥਾਲੀਆਂ ਸਜਾਈਆਂ, ਉਹਨਾਂ ਨੇ ਕੈਂਡਲਸ ਬਣਾਈਆਂ, ਬਹੁਤ ਛੋਟੇ ਛੋਟੇ ਨਰਸਰੀ KG ਦੇ ਬੱਚੇ, ਔਰ ਉਹਨਾਂ ਨੇ ਭੰਗੜੇ ਪਾਏ, ਔਰ ਗ੍ਰੀਨ ਦੀਵਾਲੀ ਮਨਾਉਣ ਦੇ ਲਈ, ਦੀਵਾਲੀ ਵਿਦਆਊਟ ਕ੍ਰੈਕਰਸ ਮਨਾਉਣ ਦੇ ਲਈ ਉਹਨਾਂ ਨੇ ਕਹਿ ਲਓ ਕਿ ਸਹੁੰ ਵੀ ਚੁੱਕੀ ਆ। ਔਰ ਮਤਲਬ ਇਹਨੂੰ ਸੈਲੀਬ੍ਰੇਸ਼ਨ ਦੇ ਤੌਰ ਦੇ ਉੱਤੇ ਸਕੂਲ ਦੇ ਵਿੱਚ ਵੀ, ਕਾਲਜ ਦੇ ਵਿੱਚ ਵੀ ਇਹ ਮਤਲਬ ਅਸੀਂ ਕੀਤਾ ਹੈਗਾ। ਔਰ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਜੋ ਗੱਲ ਕਰਦੇ ਆ, ਜੋ ਅਸੀਂ ਕਹਿੰਦੇ ਆ, ਜੋ ਸਾਡੇ ਸ਼ਬਦ ਹੁੰਦੇ ਨੇ, ਜੋ ਅਸੀਂ ਕੋਈ ਵੀ ਮਕਸਦ ਜੇ ਵਰਬਲੀ ਗੱਲ ਕਰਦੇ ਆ ਤਾਂ ਉਹਨੂੰ ਅਸੀਂ ਧਰਾਤਲ ਤੇ ਜਾ ਕੇ ਜਾਂ ਉਸਨੂੰ ਕਾਰਜਸ਼ੀਲਤਾ ਨਾਲ ਪੂਰਾ ਵੀ ਕਰਦੇ ਆ। ਸੋ ਉਹ ਜਿਹੜਾ ਹੈਗਾ ਜੋ ਸੇਇੰਗ ਹੈ ਉਹ ਡੂਇੰਗ ਹੈ, ਉਹ ਅਸੀਂ ਕੀਤਾ। ਔਰ ਮੈਨੂੰ ਇਸ ਗੱਲ ਦੀ ਇੰਨੀ ਤਸੱਲੀ, ਔਰ ਜਦੋਂ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਤੋਂ ਪਹਿਲਾਂ ਮੈਂ ਨਾ ਡਾਕਟਰ ਰਵੇਲ ਨੂੰ ਫੋਨ ਕੀਤਾ
ਮੈਂ ਉਹਨਾਂ ਨੂੰ ਕਹਿਣਾ ਸੀ ਵੀ ਅੱਜ ਮੇਰੇ ਨਾ ਪੂਰੇ ਕੀ ਹੱਡ ਗੋਡੇ ਸਾਰੇ ਦੁਖਦੇ ਪਏ, ਮੈਂ 2 ਦਿਨ ਦੇ ਬੂਟੇ ਹੀ ਲਵਾ ਕੇ ਆਈ ਹਾਂ। ਤੇ ਡਾਕਟਰ ਸਾਹਿਬ ਤੁਸੀਂ ਅੱਜ ਆ ਜਾਓ, ਤੇ ਡਾਕਟਰ ਸਾਹਿਬ ਕਹਿੰਦੇ ਵੀ ਮੇਰੇ ਤੇ ਭਾਈ ਪੋਤਾ ਹੋਇਆ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਡਾਕਟਰ ਰਵੀਰ ਸਾਡੇ ਸਕੱਤਰ ਨੇ, ਬਹੁਤ ਉੱਚੇ ਕੱਦ ਦੇ ਨੇ, ਬਹੁਤ ਵੱਡੀ ਸ਼ਖਸੀਅਤ ਦੇ ਮਾਲਕ ਨੇ। ਸੋ ਪਰਮਾਤਮਾ ਉਸ ਬੱਚੇ ਨੂੰ ਜੀ ਆਇਆਂ ਆਖਦੇ ਹਾਂ ਅਸੀਂ ਇਸ ਸੰਸਾਰ ਦੇ ਵਿੱਚ, ਔਰ ਸਾਰੇ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ। ਔਰ ਮੈਂ ਇੱਕ ਗੱਲ ਹੋਰ ਕਹਾਂਗੀ ਕਿ ਅਸੀਂ ਸੱਚਮੁੱਚ ਕੱਲ ਨੂੰ ਬਿਨਾਂ ਪਟਾਕਿਆਂ ਦੇ ਜਦੋਂ ਦੀਵਾਲੀ ਮਨਾਵਾਂਗੇ, ਸਿਰਫ ਰੌਸ਼ਨੀਆਂ ਕਰਾਂਗੇ, ਰੰਗੋਲੀ ਬਣਾਵਾਂਗੇ, ਫੁੱਲਾਂ ਨਾਲ ਘਰ ਸਜਾਵਾਂਗੇ, ਔਰ ਮਨ ਤੇ ਆਤਮਾ ਦੇ ਨਾਲ ਅਸੀਂ ਜਦੋਂ ਪਵਿੱਤਰ ਹੋ ਕੇ ਉਸ ਜੋਤ ਦੇ ਨਾਲ ਆਪਣੀ ਜੋਤ ਨੂੰ ਕਰਾਂਗੇ ਰਚਨਾਤਮਕ ਤੌਰ ਤੇ, ਤਾਂ ਮੈਨੂੰ ਲੱਗਦਾ ਕਿ ਇਹੀ ਅਸਲ ਅਰਥ ਹੈਗੇ ਆ ਦੀਵਾਲੀ ਮਨਾਉਣ ਦੇ। ਤੇ ਅੱਜ ਅਸੀਂ ਇਸ ਸਾਹਿਤਕ ਸਾਂਝਾ ਪ੍ਰੋਗਰਾਮ ਦੇ ਵਿੱਚ ਡਾਕਟਰ ਵਨੀਤਾ ਜੀ ਨੂੰ ਬਹੁਤ ਨਿੱਘੀ ਜੀ ਆਇਆਂ ਆਖਦੇ ਹਾਂ। ਹੁਣ ਮੈਂ ਉਹ ਕਹਿ ਨਹੀਂ ਸਕਦੀ, ਤੁਹਾਨੂੰ ਬਹੁਤ ਸਾਰੀਆਂ ਹਗਸ, ਤੁਹਾਨੂੰ ਬਹੁਤ ਸਾਰਾ ਪਿਆਰ। ਬਹੁਤ ਸ਼ੁਕਰੀਆ। ਥੈਂਕ ਯੂ ਜੀ ਮੈਂ ਇੱਕ ਸ਼ੇਰ ਤੋਂ ਬਾਅਦ ਕੁਲਜੀਤ ਕੌਰ ਜੀ ਤੁਹਾਡਾ ਬਿਲਕੁਲ ਤੁਸੀਂ ਫਾਰਮਲੀ ਸ਼ੁਰੂ ਕਰ ਲੈਣਾ। ਮੈਂ ਇੱਕ ਹੋਰ ਸ਼ੇਰ ਵਨੀਤਾ जी लिए बोलना चाहनी है। दिल को था आपका बेसब्री से इंतजार, दिल को था आपका बेसब्री से इंतजार, पलके भी थी आपकी एक झलक को बेकरार, आपके आने से आई कुछ ऐसी बहार कि दिल बस मांगे आपके लिए खुशियां बेशुमार, आपके लिए खुशियां बेशुमार। ਤੇ ਪਲੀਜ਼ ਕੁਲਜੀਤ ਜੀ ਹੁਣ ਤੁਸੀਂ ਥੈਂਕ ਯੂ। ਬਹੁਤ ਵਧੀਆ ਸ਼ੁਰੂਆਤ ਮੈਡਮ ਸਰਬਜੀਤ ਸੋਲ ਵੱਲੋਂ, ਬਹੁਤ ਖੂਬਸੂਰਤ ਸ਼ਬਦ। ਰਿੰਟੂ ਭਾਟੀਆ ਜੀ ਵੱਲੋਂ ਸ਼ੁਰੂਆਤ ਬਹੁਤ ਖੂਬਸੂਰਤ। ਮੈਡਮ ਰਮਿੰਦਰ ਵਾਲੀਆ ਜੀ ਦਾ ਸਾਰਿਆਂ ਨੂੰ ਅਗਵਾਈ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ 'ਚ ਅਗਵਾਈ 'ਚ, ਮੈਡਮ ਸਰਬਜੀਤ ਸੋਲ ਜੀ ਦੀ ਅਗਵਾਈ 'ਚ ਅਸੀਂ ਸਿਰਜਣਾ ਦੇ ਆਰ ਪਾਰ ਲਗਾਤਾਰ 7-8 ਦੇ ਅਸੀਂ ਪ੍ਰੋਗਰਾਮ ਕਰ ਚੁੱਕੇ ਹਾਂ। 8 ਜਾਂ 9 ਜੇ ਮੈਂ ਗਿਣਾ ਤਾਂ 9 ਪ੍ਰੋਗਰਾਮ ਅਸੀਂ ਕਰ ਚੁੱਕੇ ਹਾਂ। ਤੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਚਿਹਰਿਆਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਰੂਬਰੂ ਹੁੰਦੇ ਹਾਂ ਜਿਨ੍ਹਾਂ ਦਾ ਸਾਹਿਤ ਦੇ ਵਿੱਚ, ਕਲਾ 'ਚ ਜਾਂ ਸਮਾਜ ਸੇਵਾ 'ਚ ਕੋਈ ਨਿੱਘਰ ਯੋਗਦਾਨ ਹੈ। ਤੇ ਸਿਰਜਣਾ ਦੇ ਆਰ ਪਾਰ ਜਦੋਂ ਨਾਰੀਆਂ ਨੂੰ ਮੁਖਾਤਬ ਹੁੰਦਾ ਹੈ ਤੇ ਸਿਰਜਣਾ ਦੇ ਆਰ ਪਾਰ ਦੇ ਵਿੱਚ ਇਹ ਕਹਿਣਾ ਬਣਦਾ ਹੈ ਕਿ ਜਿੱਤ ਦਾ ਪਰਚਮ ਉਹ ਹਰ ਥਾਂ ਝੁਲਾਉਂਦੀ ਹੈ, ਨਾਰੀ ਅੱਜ ਦੀ ਅੰਬਰਾਂ 'ਚ ਉਡਾਰੀ ਲਾਉਂਦੀ ਹੈ, ਫੁੱਲਾਂ ਜਿਹੀ ਨਜ਼ਾਕਤ ਵੀ, ਫੌਲਾਦ ਜਿਹੀ ਤਾਕਤ ਵੀ, ਉਹ ਜਿੱਥੇ ਜਾਂਦੀ ਹੈ ਮੁਕਾਮ ਆਪਣਾ ਬਣਾਉਂਦੀ ਹੈ। ਤੇ ਆਪਣਾ ਮੁਕਾਮ ਬਣਾਉਣ ਵਾਲੀਆਂ ਨਾਰੀਆਂ ਪੰਜਾਬੀ ਸਾਹਿਤ ਦੇ ਵਿੱਚ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੇ ਸਾਹਿਤ ਰਾਹੀਂ, ਆਪਣੇ ਕੰਮਾਂ ਰਾਹੀਂ ਤੇ ਆਪਣੇ ਅਧਿਆਪਨ ਖੇਤਰ ਰਾਹੀਂ ਜਿਹੜਾ ਹੈ ਇੱਕ ਵੱਖਰਾ ਦਿਸ਼ਾ ਨਿਰਦੇਸ਼ ਸਮਾਜ ਨੂੰ ਦਿੱਤਾ ਹੈ। ਤੇ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਮਿਲਣਾ ਹੈ, ਡਾਕਟਰ ਵਨੀਤਾ ਜੀ, ਉਹਨਾਂ ਬਾਰੇ ਬਹੁਤ ਕੁਝ ਕਿਹਾ ਹੈ ਡਾਕਟਰ ਸਰਬਜੀਤ ਸੋਲ ਹੋਰਾਂ ਨੇ, ਮੈਡਮ ਰਿੰਟੂ ਭਾਟੀਆ ਜੀ ਨੇ। ਤੇ ਮੈਂ ਉਹਨਾਂ ਬਾਰੇ ਕੁਝ ਗੱਲਾਂ ਜੋ ਮੈਂ ਜਾਣੀਆਂ ਇਹਨਾਂ ਨੂੰ ਮਿਲਣ ਤੋਂ ਪਹਿਲਾਂ, ਮੈਂ ਉਹਨਾਂ ਨੂੰ ਮਿਲਿਆ ਮੈਂ ਬਹੁਤ ਸਾਰੀਆਂ ਉਹਨਾਂ ਦੀਆਂ ਲਿਖਤਾਂ ਦੇ ਰਾਹੀਂ, ਉਹਨਾਂ ਦੇ ਬਾਰੇ ਜੋ ਮੈਂ ਪਹਿਲਾਂ ਪੜ੍ਹਿਆ ਸੀ ਉਹਨੂੰ ਦੇਖਿਆ, ਤੇ ਮੈਂ ਦੇਖਿਆ ਕਿ ਮੈਡਮ ਦੀ ਸ਼ਖਸੀਅਤ ਦੇ ਵਿੱਚ ਸੱਚਮੁੱਚ ਹੀ ਇੱਕ ਅਜਿਹੀ ਚੁੰਬਕੀ ਸ਼ਖਸੀਅਤ ਨੇ ਜੋ ਆਪਣੇ ਲਫ਼ਜ਼ਾਂ ਰਾਹੀਂ ਆਵਾਜ਼ ਬੰਦ ਹੋ ਗਈ ਕੁਲਜੀਤ ਜੀ, ਤੁਹਾਡੀ ਆਵਾਜ਼ ਬੰਦ ਹੋ ਗਈ ਹੈ। ਹੁਣ ਮਿਊਟ ਹੋ ਗਿਆ। ਡਾਕਟਰ ਵਨੀਤਾ ਹੁਣ ਆ ਰਹੀ ਆਵਾਜ਼? ਡਾਕਟਰ ਵਨੀਤਾ ਇੱਕ ਕਵਿਤਰੀ ਨੇ, ਇੱਕ ਅਨੁਵਾਦਕਾ ਨੇ, ਇੱਕ ਸੋਸ਼ਲ ਵਰਕਰ ਵੀ ਕਿਤੇ ਕਿਤੇ ਮੈਂ ਦੇਖਿਆ ਉਹਨਾਂ ਦੇ ਕੰਮਾਂ ਦੇ ਵਿੱਚ ਜ਼ਰੂਰ ਝਲਕ ਮਿਲਦੀ ਹੈ, ਆਲੋਚਕ ਵੀ ਨੇ ਤੇ ਚਿੰਤਕ ਵੀ ਨੇ। ਇਹ ਬਹੁਪੱਖੀ ਸ਼ਖਸੀਅਤ ਨਾਲ ਅੱਜ ਅਸੀਂ ਦਿਲ ਦੀਆਂ ਗੱਲਾਂ ਕਰਨੀਆਂ ਨੇ ਤੇ ਅਸੀਂ ਜਾਣਨਾ ਹੈ ਕਿ ਉਹਨਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਿਹੜੇ ਪੜਾਅ ਜਿਹੜੇ ਹਨ ਉਹਨਾਂ ਤੈਅ ਕੀਤੇ ਆ। ਤੇ ਇਸ ਤੋਂ ਪਹਿਲਾਂ ਕਿ ਅਸੀਂ ਮੈਡਮ ਨਾਲ ਗੱਲਬਾਤ ਸ਼ੁਰੂ ਕਰੀਏ, ਮੈਂ ਕੋਸ਼ਿਸ਼ ਕਰਾਂਗੀ ਕਿ ਅਸੀਂ ਉਹਨਾਂ ਬਾਰੇ ਉਹਨਾਂ ਦੇ ਬਾਰੇ ਜਾਣਨ ਤੋਂ ਪਹਿਲਾਂ ਇੱਕ ਯਤਨ ਜਿਹੜਾ ਰਮਿੰਦਰ ਰਮੀ ਜੀ ਲਗਾਤਾਰ ਕਰ ਰਹੇ ਆ, ਉਹਦੀ ਇੱਕ ਝਲਕ ਮੈਡਮ ਵਨੀਤਾ ਦੇ ਰਾਹੀਂ ਅਸੀਂ ਇਹਨੂੰ ਅੱਜ ਦਾ ਜਿਹੜਾ ਸਾਹਿਤਕ ਸਾਂਝਾ ਸਾਡਾ ਈ ਮੈਗਜ਼ੀਨ ਹੈ ਉਸ ਨੂੰ ਅਸੀਂ ਉਹਨਾਂ ਤੋਂ ਲਾਂਚ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਤੋਂ ਅਸੀਂ ਮੈਡਮ ਮੈਂ ਡਿਸੇਬਲ ਹੋ ਰਹੀ ਹਾਂ ਸਕਰੀਨ ਸ਼ੇਅਰਿੰਗ ਲਈ, ਨਹੀਂ ਹੋ ਰਹੀ ਮੈਮ ਰਮੀ ਜੀ? ਕੋਈ ਗੱਲ ਨਹੀਂ, ਕੋਈ ਜਦੋਂ ਹੋਏਗੀ ਉਦੋਂ ਸੀ ਮੈਨੂੰ ਪਤਾ। ਕੋਈ ਗੱਲ ਨਹੀਂ, ਹੋਸਟ ਤਾਂ ਮੈਂ ਹਾਂ, ਲੇਕਿਨ ਸਕਰੀਨ ਸ਼ੇਅਰਿੰਗ 'ਚ ਨਹੀਂ ਹੋ ਰਿਹਾ ਮੇਰਾ, ਓਕੇ ਨਹੀਂ ਹੋ ਰਿਹਾ। ਤੇ ਤੁਸੀਂ ਕਰਿਓ ਕੋਸ਼ਿਸ਼, ਆਪਾਂ ਫਿਰ ਨਾਲ ਕਰਦੇ ਹਾਂ। ਉਨੀ ਦੇਰ ਅਸੀਂ ਮੈਡਮ ਨਾਲ ਗੱਲਬਾਤ ਕਰਦੇ ਹਾਂ। ਮੈਡਮ ਤੁਸੀਂ ਸੰਗੀਤ ਨਾਲ ਵੀ ਜੁੜੇ ਹੋ, ਤੁਸੀਂ ਖੋਜ ਨਾਲ ਵੀ ਜੁੜੇ ਹੋ, ਤੁਸੀਂ ਮੀਡੀਆ ਨਾਲ ਵੀ ਜੁੜੇ ਹੋ, ਤੁਸੀਂ ਸਾਹਿਤ ਨਾਲ ਵੀ ਜੁੜੇ ਹੋ,
ਕਵਿਤਾ ਨਾਲ ਵੀ ਤੁਹਾਡਾ ਗੂੜਾ ਨਾਤਾ ਹੈ। ਇਹ ਸਾਰੇ ਰਿਸ਼ਤੇ ਬਣਾਉਣ ਲਈ ਪਿੱਛੇ ਕੋਈ ਪ੍ਰੇਰਨਾ ਸੀਗੀ? ਮਾਪਿਆਂ ਦੀ ਪ੍ਰੇਰਨਾ ਸੀ, ਪਰਿਵਾਰ ਦਾ ਨਿੱਘਾ ਪਿਆਰ ਸੀ, ਮਾਂ ਦੀ ਗੋਦੀ ਚੋਂ ਮਿਲਿਆ ਨਿੱਘ ਸੀ, ਜਾਂ ਪਿਤਾ ਦਾ ਮਿਲਿਆ ਆਸ਼ੀਰਵਾਦ ਸੀ? ਕਿੱਦਾਂ ਤੁਸੀਂ ਇਸ ਵਾਟੇ ਤੁਰੇ, ਇਸ ਰਸਤੇ ਤੁਰੇ? ਕੁਲਜੀਤ ਜੀ ਹੁਣ ਟਰਾਈ ਕਰੋ, ਕੋ-ਹੋਸਟ ਕੀਤਾ ਹੈ, ਤੁਹਾਡਾ ਸ਼ਾਇਦ ਪਹਿਲਾਂ ਰਹਿ ਗਿਆ ਸੀ, ਦੇਖੋ ਹੁਣ ਹੋ ਜਾਏਗੀ। ਮੈਂ ਅਸੀਂ ਤੁਹਾਡਾ ਇਹ ਸਵਾਲ ਜਾਣ ਕੇ ਨਾ ਫਿਰ ਮੈਂ ਸਕਰੀਨ ਸ਼ੇਅਰ ਕਰਦੀ ਹਾਂ। ਤੁਸੀਂ ਪਹਿਲਾਂ ਇਸ ਸਵਾਲ ਦਾ ਸਾਨੂੰ ਜਵਾਬ ਦੇ ਦਿਓ। ਇਹ ਪਰਿਵਾਰ ਦੇ ਵਿੱਚੋਂ ਜੋ ਤੁਹਾਨੂੰ ਸਨੇਹ ਜਾਂ ਨਿੱਘ ਮਿਲਿਆ, ਉਹਨੇ ਤੁਹਾਨੂੰ ਕਿਸ ਤਰ੍ਹਾਂ ਦਿਸ਼ਾ, ਤੁਹਾਡਾ ਅਗਵਾਈ ਕੀਤੀ, ਤੁਹਾਡਾ ਰਸਤਾ ਕਿਵੇਂ ਰਚਨਾਇਆ? ਹਾਂ, ਇੰਨੇ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਿਹੜਾ ਮੇਰੀਆਂ ਭੈਣਾਂ ਨੇ ਇੰਨਾ ਵੱਡਾ ਪ੍ਰੋਗਰਾਮ ਉਲੀਕਿਆ ਹੈ, ਅੰਤਰਰਾਸ਼ਟਰੀ ਜਿਹੜੀਆਂ ਸਾਹਿਤਿਕ ਸਾਂਝਾਂ ਪਾਈਆਂ ਨੇ, ਔਰ ਮੇਰੀ ਭੈਣ ਸਰਬਜੀਤ ਸੋਲ ਨੇ ਉਧਰ ਪੰਜਾਬ ਸਾਹਿਤ ਅਕੈਡਮੀ ਦੀ ਥਾਣੇਦਾਰਨੀ ਬਣ ਕੇ ਇਹ ਮੇਰੀਆਂ ਸਾਰੀਆਂ ਭੈਣਾਂ ਥਾਣੇਦਾਰਨੀਆਂ ਨੇ, ਇੰਨਾ ਸੋਹਣਾ ਕੰਮ ਕਰ ਰਹੀਆਂ। ਮੈਨੂੰ ਲੱਗਦਾ ਹੈ ਕਿ ਵੀ ਜਿਹੜਾ ਮੈਂ ਖਾਬ ਲਿੱਤਾ ਸੀ ਸਿਸਟਰਹੁੱਡ ਦਾ, ਉਹ ਜਿਹੜੇ ਬੀਜ ਮੈਂ ਜਗ੍ਹਾ ਜਗ੍ਹਾ ਜਾ ਕੇ ਪਾ ਰਹੀ ਸਾਂ, ਕੱਲ ਵੀ ਗਈਆਂ ਉੱਥੇ ਵੀ ਇਹੀ ਮੈਸੇਜ ਦਿੱਤਾ, ਤਾਂ ਤੁਸੀਂ ਉਹ ਸਾਰੀਆਂ ਪ੍ਰੂਵ ਕਰ ਰਹੇ ਹੋ। ਮੈਨੂੰ ਬਹੁਤ ਖੁਸ਼ੀ ਹੈ। ਔਰ ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ, ਚਾਹੇ ਇੱਧਰ ਬੈਠੀਆਂ ਸੁਰਜੀਤ ਹੋਏ, ਢਿੱਲੋਂ ਹੋਏ, ਹਰ ਕੋਈ ਆਪਣੇ ਆਪਣੇ ਫੀਲਡ ਵਿੱਚ, ਚਾਹੇ ਉਹਨਾਂ ਦੇ ਡਿਫਰੈਂਸਿਸ ਆਫ ਓਪੀਨੀਅਨ ਵੀ ਹੋਣ, ਫਿਰ ਵੀ ਤੁਸੀਂ ਬਹੁਤ ਕੰਮ ਕਰ ਰਹੇ ਹੋ ਆਪਣੇ ਆਪਣੇ ਲੈਵਲ ਤੇ। ਇੱਧਰ ਰਮਿੰਦਰ ਰਮੀ ਜੀ ਹੈ, सुरजीत जी हैं, आप देखो रिंटू भाटिया इन्ना खूबसूरत बोल रही सी, मैं शर्मसार हो रही सी। मैं क्या दोस्तों, आप फुल्लां दी खुशबू आपने और मैनू सारी वड्याई मैनू देई जा रही ने। सो इस करके मैं तुहाडे सारियां दी बहुत शुक्रगुजार हाँ, और तुहानू दिवाली दी मुबारक देनी आ कि भी इन्ने खूबसूरत मौके ते, जिवें सरबजीत ने कहा कि ਰਵੇਲ ਉਹਨਾਂ ਦੇ ਸਕੱਤਰ ਨੇ ਔਰ ਉਹਨਾਂ ਦੇ ਘਰ ਪੋਤਾ ਹੋਇਆ। ਅਸੀਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਆ, ਜਿਹੜੇ ਇੱਥੇ ਸੁਣ ਰਹੇ ਨੇ ਜਾਂ ਜਿਹੜੇ ਬਾਅਦ ਚ ਵੀ ਸੁਣਨਗੇ। ਸਾਰਿਆਂ ਨੂੰ, ਸਾਰੇ ਪੰਜਾਬੀਆਂ ਨੂੰ ਨਹੀਂ, ਸਾਰੀ ਦੁਨੀਆ ਨੂੰ ਮੈਂ ਦੀਵਾਲੀ ਦੀ ਮੁਬਾਰਕ ਇਸ ਕਰਕੇ ਦੇਨੀ ਆ ਕਿ ਗੁਰੂ ਸਾਹਿਬ ਕਹਿੰਦੇ ਆ, ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਤਾਂ ਅਸੀਂ ਪਟਾਕਿਆਂ ਤੋਂ ਹਟ ਕੇ ਜਿਹੜੇ ਉਹ ਦੀਵੇ ਬਾਲਣੇ, ਉਹਦੀ ਜਗ੍ਹਾ ਵੀ ਸ਼ਬਦਾਂ ਦੇ ਜਦੋਂ ਮੁਹੱਬਤੀ ਦੀਵੇ ਬਾਲਾਂਗੇ ਤਾਂ ਸਾਰੀ ਦੁਨੀਆ ਚਾਨਣ ਮੁਨਾਰੀ ਹੋ ਜਾਏਗੀ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ। ਤੇ ਹੁਣ ਮੈਂ ਤੁਹਾਡੇ ਸਵਾਲਾਂ ਦੇ ਸਨਮੁਖ ਹੋਣੀ ਆ, ਤੇ ਮੈਂ ਬੜੀ ਵਾਰੀ ਭੁੱਲ ਵੀ ਜਾਣੀ ਹੁੰਨੀ ਆ। ਮੇਰਾ ਸੁਭਾਅ ਹੈ, ਮੈਨੂੰ ਸਾਰੇ ਕਹਿੰਦੇ ਹੁੰਦੇ ਆ ਕਿ ਵੀ ਇਹ ਨਾ ਵਗਦੀ ਨਦੀ ਹੈ, ਇਹ ਸਿਰਫ ਅੱਗੇ ਅੱਗੇ ਵਗਣਾ ਜਾਣਦੀ ਹੈ, ਪਿੱਛੇ ਆਪਣੇ ਪਰਤਾਵਿਆਂ ਚ ਨਹੀਂ ਜਾਂਦੀ। ਪਰ ਤੁਸੀਂ ਹੁਣ ਮੈਨੂੰ ਮੇਰੇ ਬਚਪਨ ਤੋਂ ਪੁੱਛਿਆ ਕਿ ਵੀ ਆਹ ਚੇਤਕ ਕਿਵੇਂ ਲੱਗੀ, ਤਾਂ ਮੈਂ ਜਿਹੜੀ ਸੀ ਕਿ ਵੀ ਇੱਕ ਬੜੇ ਹਾਈ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਤੇ ਮੇਰੇ ਦਾਦਾ ਜੀ, ਜਿਨ੍ਹਾਂ ਨੂੰ ਮੈਂ ਵੇਖਿਆ ਵੀ ਨਹੀਂ, ਲੇਕਿਨ ਉਹਨਾਂ ਨੇ ਬਹੁਤ ਜਾਇਦਾਦਾਂ ਤਾਂ ਬਹੁਤ ਬਣਾਈਆਂ, ਪਰ ਜਿਸ ਤਰ੍ਹਾਂ ਜਿਸ ਘਰ ਚ ਮੈਂ ਪੈਦਾ ਹੋਈ ਉਹਦੇ ਵਿੱਚ ਅਸੀਂ 3 ਭੈਣਾਂ ਵਾਂ ਤੇ ਸਾਡਾ ਭਰਾ ਕੋਈ ਨਹੀਂ। ਤਾਂ ਇਹ ਜਿਹੜੀ ਸੀਗੀ ਨਾ ਮੇਰੀ ਮਾਂ ਦੇ ਅੰਦਰ, ਬਿਲਕੁਲ 14 ਸਾਲ ਦੀ ਵਿਆਹੀ ਗਈ ਸੀ ਮਾਂ, ਪਰ ਉਹਨੂੰ ਹੌਲੀ ਹੌਲੀ ਜਦੋਂ ਪਤਾ ਲੱਗਾ ਕਿ ਵੀ ਧੀਆਂ ਦਾ ਜੰਮਣਾ ਤੇ ਇੱਥੇ ਨਿਉ ਕੇ ਲੰਘਣਾ ਛਿਜਦੀ ਵੇ ਲੋਕਾਂ ਲੋਈ ਵਾਲਾ ਹਾਲ ਹੁੰਦਾ, ਤਾਂ ਉਹਨਾਂ ਨੇ ਸ਼ੁਰੂ ਤੋਂ ਹੀ ਸਾਡੇ ਅੰਦਰ ਇਹ ਸਪਿਰਿਟ ਭਰੀ ਸੀ ਕਿ ਤੁਸੀਂ ਹੀ ਮੇਰੀਆਂ ਧੀਆਂ ਤੇ ਤੁਸੀਂ ਹੀ ਮੇਰੇ ਪੁੱਤਰ ਹੋ, ਮੇਰੀਆਂ ਸ਼ੇਰ ਬੱਚੀਆਂ। ਹਮੇਸ਼ਾ ਹੀ ਕਹਿੰਦੀਆਂ ਹੁੰਦੇ ਸੀ ਕਿ ਮੇਰੀਆਂ ਸ਼ੇਰ ਬੱਚੀਆਂ। ਤਾਂ ਇਸ ਤਰ੍ਹਾਂ ਮੇਰਾ ਜਿਹੜਾ ਬ੍ਰੌਟਅਪ ਸੀਗਾ ਬੜੀ ਹੈਲਦੀ ਫੈਮਿਲੀ ਦੇ ਵਿੱਚ ਹੋਇਆ। ਭਾਵੇਂ ਅਸੀਂ ਧੀਆਂ ਸੀ, ਪਰ ਸਾਨੂੰ ਕਦੇ ਏਦਾਂ ਦਾ ਅਹਿਸਾਸ ਨਹੀਂ ਹੋਇਆ ਕਿ ਵੀ ਕੁੜੀਆਂ ਨਾਲ ਆ ਕੁਝ ਹੁੰਦਾ ਹੈ। ਲੇਕਿਨ ਮੇਰੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਸੀ, ਮੇਰੇ ਰਿਸ਼ਤੇਦਾਰੀਆਂ ਚ, ਮੇਰੇ ਸਮਾਜ ਵਿੱਚ, ਪੰਜਾਬੀ ਦੇ ਸੱਭਿਆਚਾਰ ਦੇ ਵਿੱਚ, ਤੇ ਉਹਦੇ ਵਿੱਚ ਮੈਨੂੰ ਇਹ ਅਹਿਸਾਸ ਤੇ ਬਚਪਨ ਤੋਂ ਹੀ ਹੋਣ ਲੱਗ ਗਿਆ ਸੀਗਾ ਕਿ ਜਿਹੜੀਆਂ ਕੁੜੀਆਂ, ਉਹਨਾਂ ਨੂੰ ਆਪਣੇ ਸਟੈਂਡ ਆਪੇ ਲੈਣੇ ਪੈਣਗੇ। ਤਾਂ ਮੈਂ ਜਦੋਂ ਆਪਣੀ ਮਾਂ ਦੇ ਨਾਲ ਦਰਬਾਰ ਸਾਹਿਬ ਜਾਂਦੀ ਹੁੰਦੀ ਸੀ ਨਾ, ਤੇ ਮੇਰੇ ਬਚਪਨ ਤੋਂ ਸ਼ੌਂਕ ਸੀਗਾ, ਮੈਂ ਆਪਣੀਆਂ ਟੀਚਰਸ ਨੂੰ ਦੇਖਦੀ ਸੀ ਤੇ ਮੇਰੇ ਅੰਦਰ ਟੀਚਰ ਬਣਨ ਦਾ ਸ਼ੌਂਕ ਜਾਗ ਗਿਆ।
ਤੇ ਮੈਨੂੰ ਇਹ ਵੀ ਆਣਾ, ਮੈਂ ਪਿੱਛੇ ਇੱਕ FM ਰੇਨਬੋ ਦੇ ਵਿੱਚ ਵੀ ਕਿਹਾ ਸੀਗਾ ਕਿ ਮੈਨੂੰ ਲਾਈਟ ਕਲਰਸ ਬੜੇ ਪਸੰਦ ਨੇ, ਤੇ ਮੈਂ ਸੋਚਣਾ ਕਿ ਉਦੋਂ ਟੀਚਰਸ ਜ਼ਿਆਦਾ ਸਾੜੀਆਂ ਪਾਉਂਦੀਆਂ ਸਨ, ਤਾਂ ਮੈਂ ਸੋਚਣਾ ਕਿ ਮੈਂ ਵੀ ਨਾ 6 ਸ਼ਨੀਵਾਰ ਤੱਕ ਸਕੂਲ ਹੁੰਦਾ ਤੇ ਮੈਂ 6 ਕਲਰ ਦੀਆਂ ਲਾਈਟ ਕਲਰ ਦੀਆਂ ਸਾੜੀਆਂ ਲੈ ਕੇ ਤੇ ਉਹ ਪਾ ਕੇ ਜਾਇਆ ਕਰਾਂਗੀ। ਤਾਂ ਆਈ ਮੀਨ ਕਹਿਣ ਦਾ ਮਤਲਬ ਕਿ ਪੜ੍ਹਾਉਣ ਦਾ ਅਧਿਐਨ ਕਰਦੇ ਕਰਦੇ ਅਧਿਆਪਨ ਦਾ ਨਾਲ ਹੀ ਮੇਰੇ ਕਿਤੇ ਬੀਜ ਪਏ ਹੋਏ ਸਨ। ਤੇ ਇਸੇ ਤਰ੍ਹਾਂ ਮੇਰੇ ਭੂਆ ਜੀ ਸ਼ਰਨ ਮੱਕੜ ਬੜੇ ਵੱਡੇ ਰਾਈਟਰ ਸਨ, ਔਰ ਉਹਨਾਂ ਦੀ ਪ੍ਰੇਰਣਾ ਦੇ ਨਾਲ, ਔਰ ਸਾਡੇ ਘਰ ਨਵਤੇਜ ਸਿੰਘ, ਗੁਰਬਖਸ਼ ਸਿੰਘ ਪ੍ਰੀਤ ਲੜੀ ਵਾਲੇ ਵੀ ਆਂਦੇ ਹੁੰਦੇ ਸਨ। ਹੋਰ ਸ਼ਰਨ ਦੀਦੀ ਨੇ ਆਪਣੀਆਂ ਸਹੇਲੀਆਂ ਨੂੰ ਲੈ ਕੇ ਆਣਾ, ਕੁਲਦੀਪ ਕਲਪਨਾ, ਵੀਨਾ ਦੱਤ, ਭੁੱਲਰ, ਦੀਪਕ ਭੁੱਲਰ ਵਗੈਰਾ। ਤੇ ਇਹਨਾਂ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਉਹ ਜਿਹੜੇ ਕਲਾ ਦੇ ਬੀਜ ਹੁੰਦੇ ਮੇਰੇ ਅੰਦਰ ਪੈ ਰਹੇ ਸਨ। ਔਰ ਮੈਨੂੰ ਘਰਦਿਆਂ ਨੂੰ ਸੀਗਾ ਕਿ ਵੀ ਸਿੰਪਲ BA ਕਰੇ ਤੇ ਵਿਆਹ ਕਰਕੇ ਅਗਲੇ ਘਰ ਜਾ ਕੇ ਜੋ ਕਰਨਾ ਕਰੇ, ਲੇਕਿਨ ਮੈਨੂੰ ਸੰਗੀਤ ਔਰ ਪੇਂਟਿੰਗ ਨਾਲ ਬਹੁਤ ਸ਼ੌਂਕ ਸੀਗਾ। ਇਸ ਕਰਕੇ ਫਿਰ ਮੈਂ ਸੰਗੀਤ ਵੀ ਕਾਲਜ ਵਿੱਚ ਲਿੱਤਾ ਤੇ ਕਲਾਸੀਕਲ ਸਿਤਾਰ ਦੇ ਵਿੱਚ MA ਕੀਤੀ, ਟੌਪ ਵੀ ਕੀਤੀ ਕਾਲਜ ਤੋਂ। ਤੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ, ਉਹ ਮੇਰਾ ਫਿਰ ਸਫ਼ਰ ਦਾ ਦੂਜਾ ਪੜਾਅ ਸੀਗਾ। ਲੇਕਿਨ ਬਚਪਨ ਦੇ ਵਿੱਚ ਘਰ ਦੇ ਮਾਹੌਲ ਦੇ ਵਿੱਚੋਂ ਹੀ ਮੈਨੂੰ ਪੜ੍ਹਨ ਲਿਖਣ ਦੀ, ਹਾਲਾਂਕਿ ਮੇਰੇ ਕੋਲ ਪੰਜਾਬੀ ਨਹੀਂ ਸੀ, 6ਵੀਂ ਤੋਂ 10ਵੀਂ ਤੱਕ ਸੀਗੀ, ਔਰ ਕਾਲਜ ਵਿੱਚ ਮੈਂ ਫਾਈਨ ਆਰਟਸ ਦੀ ਸਟੂਡੈਂਟ ਸੀ, ਪੇਂਟਿੰਗ, ਮਿਊਜ਼ਿਕ ਔਰ ਇੰਗਲਿਸ਼, ਇਹੀ ਮੇਰੇ 3 ਸਬਜੈਕਟ ਸਨ। ਲੇਕਿਨ ਉਸ ਤੋਂ ਬਾਅਦ ਫਿਰ 20 ਸਾਲ ਮੈਂ ਬਿਲਕੁਲ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਰਹੀ, ਆਪਣੇ ਬੱਚੇ ਸਾਂਭੇ ਸੰਭਾਲੇ। 20 ਸਾਲ ਬਾਅਦ 40 ਸਾਲ ਦੀ ਹੋ ਗਈ ਤਾਂ ਮੈਂ ਪੜ੍ਹਨ ਲਿਖਣ ਵੱਲ ਮੇਰਾ ਧਿਆਨ ਗਿਆ ਕਿ ਮੈਨੂੰ ਕੁਝ ਕਰਨਾ ਚਾਹੀਦਾ। ਤਾਂ ਫਿਰ ਮੈਂ ਜਿਹੜਾ ਅੱਗੋਂ MA ਕੀਤੀ, MPhil ਕੀਤੀ, PhD ਕੀਤੀ, ਫਿਰ ਅਧਿਆਪਨ ਨਾਲ ਜੁੜੀ ਸੀ। ਇਹ ਮੇਰੇ ਬਚਪਨ ਦੇ ਜਿਹੜੇ ਕਿ ਬੀਜ ਮੈਨੂੰ ਬਚਪਨ ਦੇ ਵਿੱਚ ਹੀ ਕਿਤੇ ਪਏ ਹੋਏ ਸੀ। ਚਾਹੇ ਉਹ ਮੇਰੀ ਆਵਾਜ਼ ਜਿਹਦੇ ਲਈ ਤੁਸੀਂ ਇੰਨੀ ਤਾਰੀਫ ਕਰਦੇ ਹੋ, ਉਹ ਮਿਊਜ਼ਿਕ ਦੀ ਦੇਣ ਹੈ, ਸਰਸਵਤੀ ਦੀ ਦੇਣ ਹੈ, ਔਰ ਵਾਹਿਗੁਰੂ ਦੀ ਮਿਹਰ ਹੈ ਕਿ ਉਹਨੇ ਮੇਰੇ ਜਿਹੜੇ ਅੰਦਰ ਦੇ ਖਿਆਲ ਸੀ ਉਹਨਾਂ ਨੂੰ, ਪਹਿਲੀ ਮੇਰੀ ਕਿਤਾਬ ਆਈ ਸੁਪਨਿਆਂ ਦੀ ਪਗਡੰਡੀ, ਤਾਂ ਉਹ ਸੁਪਨਿਆਂ ਦੀ ਪਗਡੰਡੀ ਤੋਂ ਅੱਜ ਮੈਂ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਸਾਰੀ ਦੁਨੀਆ 'ਚ ਉਡਾਨ ਮਾਰਦੀ ਹਾਂ, ਸਦਕਾ ਸ਼ਬਦ ਦੇ। ਸ਼ਬਦ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ। ਕੁਲਜੀਤ ਜੀ, are you hearing me? ਹੈਲੋ, ਮੇਰੀ ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਆ ਰਹੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਕੁਲਜੀਤ ਸੀਗਾ, ਕੁਲਜੀਤ ਜੀ ਦਾ ਥੋੜਾ ਜਿਹਾ ਫ੍ਰੀਜ਼ ਹੋ ਗਿਆ ਸੀ। ਕੁਲਜੀਤ ਜੀ ਦਾ, ਹਾਂ ਉਹਨਾਂ ਦਾ ਮੈਨੂੰ ਲੱਗ ਦੁਬਾਰਾ ਲੌਗਇਨ ਹੋਣਗੇ ਤੇ ਅਸੀਂ ਕੰਟੀਨਿਊ ਕਰਦੇ ਹਾਂ। ਅਗਰ ਡਾਕਟਰ ਸਰਬਜੀਤ ਕੌਰ ਸੋਲ ਜੀ ਕੋਈ ਕੁਐਸਚਨ ਤੁਸੀਂ ਅੱਗੋਂ ਥੋੜਾ ਜਿਹਾ ਕੰਟੀਨਿਊ ਕਰ ਲਿਓ ਜੀ। ਅੱਛਾ, ਉਹ ਨਹੀਂ ਹੋ ਰਹੇ, ਮੀਟਅਪ ਹੋ ਰਹੇ ਕੁਲਜੀਤ ਜੀ? ਉਹਨਾਂ ਦਾ ਮੇਰੇ ਖਿਆਲ ਫ੍ਰੀਜ਼ ਹੋ ਗਏ ਸੀ, ਉਹ ਲੌਗ ਆਊਟ ਹੋ ਗਏ ਆ ਇੱਕ ਵਾਰੀ। ਓਕੇ ਜੀ ਜੀ ਸਰਬਜੀਤ ਕੌਰ ਸੋਲ ਜੀ। ਮੈਂ ਇੱਕ ਸਵਾਲ ਪੁੱਛਣਾ ਚਾਹਾਂਗੀ। ਉਹ ਕਹਿੰਦੇ ਮੈਂ ਫੋਨ ਤੇ ਕਰਦੀ ਹਾਂ। ਸਾਡੇ ਆਲੇ ਦੁਆਲੇ ਹਰ ਪਾਸੇ ਸਾਜ਼ਿਸ਼ਾਂ ਨੇ, ਸਾਜ਼ਿਸ਼ ਘਾੜੇ ਨੇ, ਔਰ ਜਿੰਨਾ ਮੈਂ ਵਿਚਰੀ ਹਾਂ ਮੈਨੂੰ ਲੱਗਦਾ ਹੈ ਕਿ ਸਾਹਿਤ ਦੇ ਵਿੱਚ ਵੀ ਬੜੀ ਰਾਜਨੀਤੀ ਸ਼ਾਮਲ ਹੋ। ਅਜਿਹੇ ਸਮੇਂ ਦੇ ਵਿੱਚ ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ, ਉਹਨਾਂ ਮੁਸ਼ਕਲਾਤ ਨੂੰ ਕਿਵੇਂ ਬਰਦਾਸ਼ਤ ਕਰਦੇ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਸਰ। ਤੁਸੀਂ ਵੀ ਜਿਸ ਅਹੁਦੇ ਤੇ ਬੈਠੇ ਹੋ, ਮੈਂ ਸਮਝ ਸਕਦੀ ਹਾਂ ਕਿ ਤੁਹਾਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਏਗਾ। ਇੱਥੇ ਸਾਡੀਆਂ ਜਿੰਨੀਆਂ ਵੀ ਭੈਣਾਂ, ਚਾਹੇ ਮੈਨੂੰ ਸੁਰਜੀਤ ਦਿਸ ਰਹੀ ਹੈ ਜਾਂ ਹੋਰ ਵੀ ਜਿੰਨੇ ਵੀ ਅਸੀਂ ਲੋਕ ਆ, ਅਸੀਂ ਸਟਰਗਲ ਚੋਂ ਪੈਦਾ ਹੋਏ ਆ। ਸਾਨੂੰ ਕੋਈ ਵੀ ਚੀਜ਼ ਧਰੀ ਧਰਾਈ ਨਹੀਂ ਮਿਲੀ। ਤੇ ਜੇ ਘਰਾਂ ਦੇ ਵਿੱਚ, ਜੇ ਅਸੀਂ ਆਫਟਰ ਮੈਰਿਜ, ਮੈਂ ਕਹਿੰਦੀ ਹੁੰਨੀ ਆ ਕਿ ਵੀ ਬ੍ਰੇਕ ਕਰਕੇ ਫੈਮਿਲੀ ਨੂੰ ਕੋਈ ਮੰਜ਼ਿਲ ਹਾਸਿਲ ਕਰਨੀ ਕੋਈ ਔਖੀ ਗੱਲ ਨਹੀਂ ਹੁੰਦੀ। ਤੁਹਾਡੇ ਪਿੱਛੇ ਪਿੱਛੇ ਵੀ ਆ ਜਾਣਗੇ, ਲੇਕਿਨ ਘਰ ਦੇ ਵਿੱਚ ਰਹਿ ਕੇ ਆਪਣੀ ਘਰ ਦੀ ਜਿਹੜਾ ਡਿਸਿਪਲਿਨ ਹੈ ਉਹਨੂੰ ਪੂਰਾ ਕਰਦੇ ਹੋਏ, ਆਪਣੀ ਜਿਹੜੀ ਇੱਛਾ ਹੈ, ਆਪਣੀ ਲਗਨ ਹੈ, ਉਹਦੇ ਲਈ ਕੋਈ ਇੱਕ ਮਿਸਾਲ ਬਣਨਾ, ਉਹਦੇ ਲਈ ਕੋਈ ਵੀ ਇਨਸਾਨ ਐਸਾ ਨਹੀਂ ਜਿਹਨੂੰ ਸੰਘਰਸ਼ ਨਾ ਕਰਨਾ ਪੈਂਦਾ ਹੋਏ। ਜਾਂ ਪਰ ਇਹ ਇੱਕ ਜਿਹੜੀ ਗੱਲ ਹੈ ਕਿ ਸੰਘਰਸ਼ ਦੇ ਨਾਲ ਜਦੋਂ ਤੁਸੀਂ ਚੇਤਨ ਹੁੰਦੇ ਹੋ,
ਕਿ ਵੀ ਸਮਾਜ ਕਿਵੇਂ ਦਾ ਹੈ। ਜਿਸ ਤਰ੍ਹਾਂ ਹੁਣ ਸਰਬ ਨੇ ਕਿਹਾ ਕਿ ਵੀ ਇੰਨੀਆਂ ਔਂਕੜਾਂ ਦੇ ਵਿੱਚੋਂ ਕਿਵੇਂ ਅਸੀਂ ਕੋਈ ਮੁਕਾਮ ਹਾਸਲ ਕਰਦੇ ਹਾਂ, ਸਾਹਿਤ ਦੇ ਖੇਤਰ ਦੀ ਐਗਜ਼ਾਮਪਲ ਲਈਏ, ਤਾਂ ਮੈਨੂੰ ਲੱਗਦਾ ਕਿ ਸਾਡੀ ਹਰ ਭੈਣ ਨੂੰ ਇਸ ਸੰਘਰਸ਼ ਦੇ ਵਿੱਚੋਂ ਨਿਕਲ ਪਿਆ। ਤਾਂ ਇੱਕ ਜਿਹੜਾ ਔਰਤ ਦੇ ਕੋਲ ਸਹਿਜ ਸੁਹਜ ਹੈ, ਇਹ ਨਹੀਂ ਕਿ ਉਹ ਲੜਦੀ ਨਹੀਂ ਹੈ, ਉਹ ਲੜਦੀ ਹੈ। ਉਹ ਸ਼ਬਦਾਂ ਦੇ ਵਾਰ ਦੇ ਨਾਲ ਆਪਣਾ ਸੰਘਰਸ਼ ਜਿੱਤ ਲੈਂਦੀ ਹੈ। ਉਹ ਤਲਵਾਰ ਨਹੀਂ ਚੁੱਕਦੀ, ਉਹ ਕਲਮ ਦੀ ਆਵਾਜ਼ ਦੇ ਨਾਲ ਹੀ ਆਪਣੀ ਜਿਹੜੀ ਮੰਜ਼ਿਲ ਹੈ ਪ੍ਰਾਪਤ ਕਰਦੀ ਹੈ। ਤੇ ਮੈਂ ਵੀ ਇਦਾਂ ਹੀ ਕੀਤਾ ਹੈ। ਮੇਰੇ ਵੀ ਆਲੇ ਦੁਆਲੇ ਜਿਹੜਾ ਜਮਘਟਾ ਸੀ, ਔਰ ਮੈਂ ਇਹ ਨਹੀਂ ਕਹਿੰਦੀ ਕਿ ਬਈ ਹਰ ਮਰਦ ਹੀ ਜਿਹੜਾ ਹੈ ਉਹ ਤੁਹਾਡੇ ਰਸਤੇ 'ਚ ਰੁਕਾਵਟਾਂ ਪਾਉਂਦਾ ਹੈ, ਕਿਉਂਕਿ ਮਰਦ ਮੈਂ ਇਸ ਕਰਕੇ ਕਹਿ ਰਹੀ ਕਿ ਜਿਹੜਾ ਸਮਾਜ ਹੈ ਇਹ ਅਜੇ ਵੀ ਇਹ 90% ਜਿਹੜਾ ਹੈ, ਭਾਵੇਂ ਸਾਨੂੰ 33% 35% ਰਾਖਵਾਂਕਰਨ ਮਿਲਿਆ, ਪਰ ਅੱਜ ਵੀ 95% ਜਿਹੜੀ ਪਾਵਰਸ ਹੈ ਉਹ ਸਾਰੀਆਂ ਆਦਮੀਆਂ ਦੇ ਹੱਥਾਂ 'ਚ ਹੈ। ਤੇ ਜਦੋਂ ਕੋਈ ਜਦ ਤੁਹਾਡੇ ਇਹੋ ਜਿਹੇ ਹਾਲਾਤ ਆਉਂਦੇ ਤਾਂ ਫਿਰ ਜਿੱਥੇ ਮਾਰਨ ਵਾਲਾ ਵੀ ਮਰਦ ਹੈ ਤੇ ਬਚਾਉਣ ਵਾਲੇ ਵੀ ਉਹੀ ਮਰਦ ਨੇ, ਜਿਨ੍ਹਾਂ ਨੂੰ ਅਸੀਂ ਨਾਰੀਵਾਦੀ ਕਹਿੰਦੇ ਆ, ਜਿਹੜੇ ਜ਼ਿਆਦਾ ਗੁਰੂ ਨਾਨਕ ਦੇ ਵਰਸਾਏ ਹੋਏ, ਹਾਂ, ਏਕਾ ਪੁਰਖ ਹਮ ਸਬਾਈ ਨਾਰ, ਜਿਹੜੇ ਆਪਣੇ ਆਪ ਨੂੰ ਕੰਪੈਸ਼ਨੇਟ ਸਮਝਦੇ ਨੇ। ਪਿਆਰਾ ਸਿੰਘ ਕੁੱਦੋਵਾਲ ਜੀ ਵਰਗੇ, ਰਵੇਲ ਜੀ ਵਰਗੇ, ਜਿਨ੍ਹਾਂ ਨੇ ਔਰਤਾਂ ਦੇ ਕਿਉਂਕਿ ਉਹ ਕਹਿੰਦੇ ਹੁੰਦੇ, ਉਹਨਾਂ ਨੇ ਆਪਣੀ ਫੇਅਰਵੈਲ 'ਚ ਕਿਹਾ ਸੀਗਾ ਕਿ ਮੈਂ 7-8 ਪਤਾ ਨਹੀਂ ਭੈਣਾਂ ਦਾ ਭਰਾ ਕੱਲਾ ਤੇ ਅੱਗੋਂ ਬੇਟੀਆਂ ਦਾ ਬਾਪ। ਮੈਨੂੰ ਪਤਾ ਹੈ ਕਿ ਬਈ ਧੀਆਂ ਦੇ ਦੁੱਖ ਜਾਂ ਭੈਣਾਂ ਦੇ ਕਿ ਮਾਵਾਂ ਦੇ ਕੀ ਹੁੰਦੇ ਨੇ। ਤਾਂ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਤੁਹਾਨੂੰ ਮੇਲ ਰਾਈਟਰਸ ਮਿਲ ਜਾਂਦੇ ਆ ਜਾਂ ਪਰਸਨਸ ਮਿਲ ਜਾਂਦੇ ਆ, ਜਿਹੜੇ ਤੁਹਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਸਾਥ ਦਿੰਦੇ ਆ। ਮੈਂ ਕਦੇ ਵੀ ਇਹ ਨਹੀਂ ਕਹਿੰਦੀ ਕਿ ਕੱਲੀਆਂ ਔਰਤਾਂ ਬੜੇ ਮਾਰ ਕੇ ਮਾਰ ਸਕਦੀਆਂ ਜਾਂ ਕੱਲੇ ਮਰਦ ਬੜੇ ਮਾਰਕਾ ਮਾਰ ਸਕਦੇ ਆ। ਇਹ ਇੱਕ ਸੋਚ ਹੈ, ਇੱਕ ਵਿਚਾਰ ਹੈ। ਜਦੋਂ ਤੁਹਾਨੂੰ ਕੋਈ ਹਮ ਖਿਆਲ ਤੁਹਾਡੇ ਨਾਲ ਪੈੜ ਪੈੜ ਚੱਲਦਾ ਤਾਂ ਫਿਰ ਮੰਜ਼ਲਾਂ ਜਿੱਥੇ ਔਖੀਆਂ ਉੱਥੇ ਸੌਖੀਆਂ ਵੀ ਹੋ ਜਾਂਦੀਆਂ। ਬਸ ਮਨ ਦੇ ਵਿੱਚ ਇੱਕ ਇਰਾਦਾ ਹੋਣਾ ਚਾਹੀਦਾ। ਐਕਸੀਡੈਂਟਸ ਹੁੰਦੇ ਰਹਿੰਦੇ ਆ, ਇਨਸੀਡੈਂਟਸ ਆਉਂਦੇ ਰਹਿੰਦੇ ਆ, ਉਹਨਾਂ ਦੀ ਪਰਵਾਹ ਨਾ ਕਰੋ। ਜੇ ਆਪਣੇ ਰਾਹ ਤੇ ਸੱਚੇ ਹੋ ਤੇ ਬਸ ਚੱਲਦੇ ਰਹੋ ਤੇ ਤੁਹਾਨੂੰ ਮੰਜ਼ਿਲਾਂ ਕੋਈ ਔਖੀਆਂ ਨਹੀਂ ਹੁੰਦੀਆਂ। ਮੰਜ਼ਿਲ ਪਾ ਕੇ ਵੀ ਸਿਤਾਰੋਂ ਸੇ ਆਗੇ ਜਹਾਂ ਹੋਰ ਬੜੇ ਹੁੰਦੇ ਆ। ਤੁਸੀਂ ਆਪਣਾ ਜਿਹੜਾ ਮਾਈਂਡ ਹੈ ਓਪਨ ਮਾਈਂਡਡ ਰਹੋ ਤੇ ਜਿਸ ਤਰ੍ਹਾਂ ਵੀ ਹੈ ਅੱਜ ਨੂੰ ਤੁਸੀਂ ਪ੍ਰਾਇੋਰਟੀ ਦਿਓ। ਅੱਜ ਕਿਵੇਂ ਜਿਉਣਾ, ਕੱਲ ਤੋਂ ਸਭ ਨੂੰ, ਔਰ ਆਉਣ ਵਾਲੇ ਖਤਰਿਆਂ ਤੋਂ ਅਸੀਂ ਹੀ ਹਾਂ ਜਿਹੜੇ ਕਿ ਅੱਗੋਂ ਆਉਣ ਵਾਲੇ ਸਮੇਂ ਨੂੰ ਬਚਾ ਸਕਨੇ ਆ, ਚਾਹੇ ਉਹ ਔਰਤ ਹੋਏ ਚਾਹੇ ਉਹ ਮਰਦ ਹੋਏ। ਮੈਂ ਉਹਨਾਂ ਸਾਰਿਆਂ ਮਰਦਾਂ ਨੂੰ ਵੀ ਔਰਤ ਹੀ ਸਮਝਨੀ ਆ, ਜਿਹੜੇ ਜ਼ਿਆਦਾ ਕਰੁਣਾਮਈ ਹੁੰਦੇ ਨੇ, ਜਿਹੜੇ ਜ਼ਿਆਦਾ ਸਹਿਜ ਸੁਹਜ ਵਾਲੇ ਹੁੰਦੇ ਆ। ਤਲਵਾਰ ਚੁੱਕਣੀ ਜਾਂ ਗਾਲਾਂ ਕੱਢਣੀਆਂ ਤਾਂ ਬੜੀ ਸੌਖੀ ਗੱਲ ਹੈ। ਐਨੀਵਨ ਕੈਨ ਡੂ। ਸਾਨੂੰ ਨਹੀਂ ਆਉਂਦੀਆਂ ਗਾਲਾਂ ਭਲਾ, ਹੈ ਆਂਦੀਆਂ। ਅੱਜ ਕਈਓ ਜਿਹੜੀਆਂ ਮਈਆਂ ਬਈਆਂ ਕਰਦੇ ਰਹਿੰਦੇ, 100 ਗਾਲ ਅਸੀਂ ਵੀ ਕੱਢ ਸਕਨੇ ਆ, ਪਰ that is not the ethics। ਸਾਡੇ ਬਾਬੇ ਨੇ ਸਾਨੂੰ ਇਹੀ ਸਹਿਜ ਸੋਚ ਦੇ ਦੀਵੇ ਜਗਾਏ ਆ, ਆਪਾਂ ਉਸ ਰਾਹ ਤੇ ਚੱਲ ਰਹੇ ਹਾਂ। ਬਿਲਕੁਲ, ਬਹੁਤ ਬਹੁਤ ਵਧੀਆ ਮੈਡਮ। ਮੈਮ ਤੁਸੀਂ ਜਦੋਂ ਰਚਨਾ ਕਰਦੇ ਹੋ, ਮੈਂ ਤੁਹਾਡੀਆਂ ਕੁਝ ਰਚਨਾਵਾਂ ਸੁਣੀਆਂ, ਤੁਸੀਂ ਦ੍ਰਿਸ਼ ਚਿੱਤਰਣ ਬਾਕਮਾਲ ਕਰਦੇ ਹੋ। ਤੁਹਾਡੀ ਸ਼ਾਇਰੀ ਦੇ ਵਿੱਚ ਦ੍ਰਿਸ਼ ਚਿੱਤਰਣ ਬਹੁਤ ਕਮਾਲ ਦਾ ਹੁੰਦਾ ਹੈ। ਤੁਸੀਂ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰੋ। ਜਿਵੇਂ ਤੁਸੀਂ ਚੁਗਲੀਆਂ ਰਚਨਾ ਆਪਣੀ ਸੁਣਾਈ ਹੈ, ਤੇ ਚੁਗਲੀਆਂ ਦਾ ਇੱਕ ਗੁੱਝਾ ਜਿਹਾ ਭੇਦ ਹੈ, ਉਹ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਉਹ ਕਿਸ ਤਰ੍ਹਾਂ। ਮੇਰੀ 7 ਕਾਵਿ ਪੁਸਤਕਾਂ ਨੇ ਤੇ ਇਸ ਵੇਲੇ ਕਿਉਂਕਿ ਮੇਰੇ ਕੋਲ ਕਿਤਾਬ ਕੋਈ ਨਹੀਂ ਹੈ, ਪਰ ਚੁਗਲੀਆਂ ਜੇ ਤੁਸੀਂ ਪੜ੍ਹ ਕੇ ਸੁਣਾ ਦਿਓਗੇ ਤਾਂ ਮੈਂ ਜ਼ਿਆਦਾ ਐਕਸਪਲੇਨ ਕਰ ਸਕਦੀ ਹਾਂ ਕਿ ਵੀ ਉਹ ਵੀ ਮੈਨੂੰ ਏਦਾਂ ਹੀ ਲੱਗਾ ਸੀਗਾ ਕਿ ਵੀ ਮੈਂ ਜਦੋਂ ਦੇਖਦੀ ਹਾਂ ਨਾ ਔਰਤਾਂ ਦੀਆਂ ਦੁਸ਼ਮਣ ਕਿਉਂ ਨੇ, ਇਹ ਮੇਰੇ ਮਨ ਚ ਸ਼ੁਰੂ ਤੋਂ ਇਹ, ਕਿਉਂਕਿ ਇੱਕ ਵੈਂਟੇਜ ਪੁਆਇੰਟ ਹੁੰਦਾ ਹੈ ਜਦੋਂ ਤੁਸੀਂ ਸੋਚਦੇ ਹੋ ਕਿ ਵੀ ਕੀ ਕਾਰਨ ਹੈ ਕਿ ਔਰਤਾਂ ਜਦੋਂ ਇੱਕ ਦੂਜੇ ਦੇ ਸਾਹਮਣੇ ਹੁੰਦੀਆਂ ਤੇ ਇੰਨੇ ਬਣਾਉਂਦੀਆਂ, ਕਿਸੇ ਨੂੰ ਮਾਂ, ਕਿਸੇ ਨੂੰ ਮਾਸੀ ਤੇ ਕਿਸੇ ਨੂੰ ਭੈਣ ਕਹਿੰਦੀ ਹੈ। ਜਦ ਹੀ ਪਿੱਠ ਮੁੜਦੀ ਹੈ ਤੇ ਫਿਰ ਇੱਕ ਦੂਜੇ ਦੀ ਨਿੰਦਾ ਚੁਗਲੀ ਸ਼ੁਰੂ ਕਰ ਦਿੰਦੀ ਹੈ। ਤੇ ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਇਹੋ ਹੀ ਹੈ ਕਿ ਸਾਡੀ ਕੰਡੀਸ਼ਨਿੰਗ ਇਹੋ ਜਿਹੀ ਹੋਈ ਹੈ ਕਿ ਅਸੀਂ
ਔਰਤ ਨੂੰ ਮੂੰਹ ਸਾਹਮਣੇ ਤਾਂ ਜੀ ਕਰਦੇ ਆ, ਪਰ ਮੈਨ ਦੀ ਜਿਹੜੀ ਸਾਈਕੀ ਹੈ ਨਾ, ਅਸੀਂ ਉਹਨਾਂ ਨੂੰ ਆਪਣਾ ਕਿਤੇ ਰਹਿਨੁਮਾ ਬਣਾ ਕੇ ਤੇ ਉਹ ਜਿਹੜਾ ਡਿਵਾਈਡ ਐਂਡ ਰੂਲ ਆਦਮੀ ਕਰਦਾ ਆਇਆ ਨਾ, ਅਸੀਂ ਉਸ ਪਾਸੇ ਪੈ ਜਾਂਦੇ ਆ। ਤੇ ਇਹ ਸਾਰੀਆਂ ਗੱਲਾਂ ਮੇਰੇ ਬੈਕ ਆਫ ਦਾ ਮਾਈਂਡ ਕੰਮ ਕਰ ਰਹੀਆਂ ਸਨ। ਤੇ ਇੱਕ ਮੈਂ ਰੇਲ ਦਾ ਦ੍ਰਿਸ਼ ਚਿੱਤਰ ਕੇ ਤੇ ਉਹਦੇ ਵਿੱਚ ਫਿਰ ਉਹ ਸਾਰੀ ਜਿਹੜੀ ਪ੍ਰੋਬਲਮੈਟਿਕ ਹੈ ਨਾ, ਉਹਦੇ ਚ ਦੱਸਿਆ ਕਿ ਵੀ ਕਿਸ ਤਰ੍ਹਾਂ ਦੇ ਉਹਨਾਂ ਦੇ ਹੁੰਦੇ ਨੇ, ਮਟੀਰੀਅਲਸ ਨਾਲ ਜੁੜਨਾ, ਪਰਸਾਂ ਨਾਲ ਤੇ ਇਹ ਉਹ, ਤੇ ਇੱਕ ਦੂਜੇ ਨੂੰ ਵਡਿਆਉਂਦੇ ਰਹਿਣਾ। ਤੇ ਬਾਅਦ ਦੇ ਵਿੱਚ ਜਿਹੜੀ ਨਿੰਦਾ ਚੁਗਲੀ ਹੈ ਨਾ, ਐਕਚੁਅਲੀ ਦੇਖਿਆ ਜਾਏ ਤੇ ਉਹਨਾਂ ਦੇ ਆਪਣੇ ਹੀ ਚਿਹਰਿਆਂ ਤੇ ਉਹ ਸਵਾਹ ਮਲ ਜਾਂਦੀ ਹੈ। ਬਿਲਕੁਲ ਤੇ ਉਹਨਾਂ ਨੂੰ ਨਿੰਦਾ ਚੁਗਲੀ ਚੋਂ ਕੁਝ ਹਾਸਲ ਨਹੀਂ ਹੋਣਾ ਹੁੰਦਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਦੋਂ ਮੈਂ ਚੁਗਲੀਆਂ ਕਵਿਤਾ ਜਿਹੜੀ ਹੈ ਉਹ ਕੀਤੀ ਸੀਗੀ। ਹਾਂ, ਅਸੀਂ ਨਾ ਤੁਹਾਡੀ ਇਹ ਕਵਿਤਾ ਕੋਸ਼ਿਸ਼ ਕਰਦੇ ਜੇ ਅਸੀਂ YouTube ਤੇ ਸੁਣੀਏ, ਮੈਂ ਕਿਉਂਕਿ ਇਹਨਾਂ ਨੂੰ ਸਾਰਿਆਂ ਨੇ ਸੁਣੀ ਹੋਈ, ਕਿਉਂਕਿ ਲੰਬੀ ਕਵਿਤਾ ਨਾ ਤੇ ਮੈਂ ਜ਼ਬਾਨੀ ਨਹੀਂ ਬੋਲ ਸਕਦੀ, ਪਰ ਉਹ ਤੁਸੀਂ ਆਪਣਾ ਪੜ੍ਹ ਕੇ ਤੇ ਉਹਦੇ ਚੋਂ ਸ਼ੇਅਰ ਕਰਨਾ। ਇਸ ਵੇਲੇ ਮੇਰੇ ਫੋਨ 'ਚ ਮੇਰੇ ਸਭ ਕੁਝ ਹੈਗਾ। ਹੁਣ ਮੇਰੀ ਨਵਯੁਗ ਪਬਲਿਸ਼ਰਸ ਨੇ ਕਿਤਾਬ ਛਾਪੀ ਹੈ ਕਵਿਤਾ ਦੇ ਨਾਲ ਤੇ ਉਹਦੇ ਵਿੱਚ ਮੇਰੀਆਂ ਸੁਪਨਿਆਂ ਦੀ ਪਗਡੰਡੀ, ਹਰੀਆਂ ਛਾਵਾਂ ਦੀ ਕਬਰ, ਬੋਲ ਅਲਾਪ, ਮੰਦਰ ਸਪਤਕ, ਖਰਜਨਾਥ, ਸਹਿਜ ਚੁੱਪ, ਸਾਰੀਆਂ ਜਿਹੜੀਆਂ ਕਿਤਾਬਾਂ ਇਕੱਠੀਆਂ ਛਾਪੀਆਂ ਉਹਨਾਂ ਨੇ। ਤੇ ਉਹ ਜਦੋਂ ਤੁਸੀਂ ਸਾਰੇ ਦੇ ਹੱਥ ਪੁੱਛਦਾ ਹੋਏਗੀ, ਮੈਂ ਜਾ ਕੇ ਉਹਨੂੰ ਰਿਲੀਜ਼ ਕਰਾਂਗੀ ਤੇ ਫਿਰ ਉਹ ਤੁਹਾਡੇ ਤੱਕ ਪਹੁੰਚੇਗੀ। ਤੇ ਉਹ ਮੇਰਾ ਸਾਰੀ ਜਿਹੜੀ ਕਵਿਤਾ ਇਕੱਠੀ ਛਪ ਗਈ ਹੈ। ਤੇ ਉਸ ਤੋਂ ਬਾਅਦ ਫਿਰ ਇੱਕ ਨਵੀਂ ਆ ਰਹੀ ਹੈ ਮੁਰਕੀਆਂ ਕਿਤਾਬ। ਉਹਦੇ ਵਿੱਚ ਸੰਗੀਤ ਔਰ ਸ਼ਬਦ ਦਾ ਸੁਮੇਲ ਹੈ ਜਿਹੜਾ, ਉਹਦੇ ਬਾਰੇ ਮੈਂ ਗੱਲ ਕੀਤੀ ਹੈ। ਬਿਲਕੁਲ, ਬਹੁਤ ਖੂਬ। ਮੈਡਮ, ਤੁਸੀਂ ਜਦੋਂ ਸੰਗੀਤ ਦੇ ਨਾਲ ਵੀ ਜੁੜੇ ਹੋ, ਸੰਗੀਤ ਨਾਲ ਤੁਹਾਡਾ, ਤੁਸੀਂ ਪੀਰੋ ਦੀ ਸ਼ਾਇਰੀ ਤੇ ਵੀ ਕੰਮ ਕੀਤਾ, ਹਰਨਾਮ ਕੌਰ ਨਾਭੀ ਤੇ ਵੀ ਕੰਮ ਕੀਤਾ, ਤੇ ਨਾਰੀਵਾਦੀ ਚਿੰਤਨ ਦਾ ਤੁਸੀਂ ਬੜਾ ਨਿੱਠ ਕੇ ਅਧਿਐਨ, ਨਾਰੀਵਾਦੀ ਜਿਹੜਾ ਕਾਵ ਜਾਂ ਨਾਰੀਵਾਦੀ ਜੋ ਸਾਡੀਆਂ ਹਨਾ ਪੁਸਤਕਾਂ ਦਾ ਵੀ ਤੁਸੀਂ ਉਸ ਤਰ੍ਹਾਂ ਦਾ, ਜੇ ਮੈਂ ਹਵਾਲਾ ਦੇਵਾਂ ਤਾਂ ਤੁਸੀਂ ਕਾਫੀ ਇਹਦੇ ਬਾਰੇ ਕੰਮ ਕੀਤਾ। ਤਾਂ ਜਦੋਂ ਅਸੀਂ ਮੈਡਮ ਸਰਬਜੀਤ ਨੇ ਥੋੜਾ ਜਿਹਾ ਇਸ ਦਿਸ਼ਾ 'ਚ ਸਵਾਲ ਕੀਤਾ ਸੀ, ਤੇ ਮੈਂ ਉਸ ਦਿਸ਼ਾ ਤੋਂ ਥੋੜਾ ਜਿਹਾ ਹਟ ਕੇ ਗੱਲ ਕਰਨ ਲੱਗੀ ਹਾਂ ਕਿ ਨਾਰੀ, ਅਸੀਂ ਕੀ ਸਾਡੀ ਨਾਰੀ ਆਜ਼ਾਦੀ ਜਾਂ ਸਾਡੀ ਨਾਰੀ ਸਿੱਖਿਆ ਜਾਂ ਸਾਡੀ ਜਿਹੜੀ ਨਾਰੀ ਦੇ ਨਾਲ ਜਿਹੜੇ ਸਸ਼ਕਤੀਕਰਨ ਆ, ਕੀ ਕਿਤੇ ਇਹ ਕਿਤਾਬੀ ਤਾਂ ਨਹੀਂ ਰਹਿ ਗਏ ਕਿ ਸਮਾਜ ਦੇ ਵਿੱਚ ਨਾਰੀ ਦਾ ਉਦਾਂ ਦਾ ਯੋਗਦਾਨ ਤੁਸੀਂ ਸਮਝਦੇ ਹੋ ਕਿ ਉਸ ਤਰ੍ਹਾਂ ਕਰ ਸਕਦੀ ਹੈ ਜਿਵੇਂ ਦਾ ਅਸੀਂ ਉਹਨੂੰ ਸਿਧਾਂਤਕ ਤੌਰ ਤੇ ਕਹਿ ਰਹੇ ਹਾਂ ਨਾਰੀ ਨੂੰ? ਇੱਕ ਮੇਰਾ ਬਿਲਕੁਲ ਤੁਹਾਡਾ ਸਵਾਲ ਬਹੁਤ ਵਾਜਬ ਹੈ। ਬਹੁਤ ਜਿਹੜੇ ਇਹਦੇ ਵਿੱਚ ਖਤਰੇ ਸਾਹਮਣੇ ਆ ਰਹੇ, ਤੁਸੀਂ ਉਹਨਾਂ ਵੱਲੋਂ ਵੀ ਫਿਕਰਮੰਦ ਹੋ ਕੇ ਸਵਾਲ ਉਠਾਇਆ। ਸਰਬਜੀਤ ਦਾ ਵੀ ਇਹਦੇ ਵਾਲੀ ਇਸ਼ਾਰਾ ਸੀਗਾ। ਲੇਕਿਨ ਜਦੋਂ ਮੈਂ 2000 ਦੇ ਵਿੱਚ ਨਾਰੀਵਾਦ ਤੇ ਸਾਹਿਤ ਕਿਤਾਬ ਲਿਖੀ ਸੀਗੀ, ਤੇ ਉਹ ਫੈਮਿਨਿਜ਼ਮ ਦੇ ਉੱਤੇ ਸਿਧਾਂਤਕ ਤੌਰ ਤੇ ਪਹਿਲੀ ਕਿਤਾਬ ਸੀਗੀ, ਜਿਹਦੇ ਵਿੱਚ ਮੈਂ ਵੈਸਟਰਨ ਥਿਊਰੀਜ਼ ਜਿਹੜੀਆਂ ਨਾਰੀਵਾਦ ਬਾਰੇ ਚੱਲੀਆਂ, ਉਹਨਾਂ ਦੇ ਨਾਲ ਪੰਜਾਬੀ ਦੀ ਜਿਹੜੀ ਨਾਰੀਵਾਦ ਹੈ ਉਹ ਕਿੱਥੇ ਖੜਾ, ਕਿਵੇਂ ਖੜਾ ਹੈ, ਉਹਦੇ ਤੇ ਗੱਲ ਕੀਤੀ ਸੀ ਔਰ ਉਹ ਸਾਹਿਤ ਨੂੰ ਲੈ ਕੇ ਕੀਤੀ ਸੀ। ਇਸ ਵਾਰ 5 ਨਵੰਬਰ ਨੂੰ ਪਾਪਾ ਪ੍ਰੀਤਮ ਸਿੰਘ ਜੀ ਦਾ ਯਾਦਗਾਰੀ ਲੈਕਚਰ ਹੈ ਜਿਹੜਾ ਮੈਂ ਦੇਣਾ ਹੈ, ਤੇ ਉਹਦੇ ਵਿੱਚ ਮੈਂ ਨਾਰੀਵਾਦ ਦੇ ਜਿਹੜੇ ਨਕਸ਼ ਨੁਹਾਰ ਹੁਣ ਸਮਝੇ ਨੇ, ਤੇ ਉਹਨੇ ਮੇਰੀ ਥਾਟ ਬਿਲਕੁਲ ਬਦਲ ਦਿੱਤੀ ਹੈ ਪਹਿਲੀ ਕਿਤਾਬ ਤੋਂ ਹੁਣ ਤੱਕ ਆਂਦਿਆਂ। ਫਿਰ ਮੈਂ ਉਹਦੀ ਸਾਡੀ ਜਿਹੜੀ ਵਿਮਨ ਜੈਨੇਸਿਸ ਹੈ, ਜਿਹੜੀ ਕਿ ਵੀ ਪੰਜਾਬ ਦਾ ਰਹਿਤਲ ਹੈ, ਉਹਦੇ ਵਿੱਚ ਔਰਤ ਕਿਵੇਂ ਪੁੰਗਰੀ ਸੀ, ਕਿਵੇਂ ਉਹਦੀ ਜਿਹੜੇ ਬਿਫੋਰ ਆਰੀਅਨਸ ਜਿਹੜੀ ਸੀਗੀ ਬੜੀ ਇੱਕ ਪਾਵਰ ਸੀਗੀ ਉਹਦੇ ਕੋਲ। ਸੰਗਮਿਤਰਾ ਹੈ ਤੇ ਇਹ ਉਹ ਜਿਹੜੀਆਂ ਸਾਡੀਆਂ ਗਾਰਗੀ ਵਗੈਰਾ ਇਸ ਤਰ੍ਹਾਂ ਦੀਆਂ ਔਰਤਾਂ ਹੈ। ਫਿਰ ਜਦੋਂ ਸਿੱਖ ਇਤਿਹਾਸ ਵਿੱਚ ਮੈਂ ਦੇਖਿਆ ਤਾਂ ਬੱਲੇ ਬੱਲੇ ਔਰਤਾਂ ਤਾਂ ਇੰਨੀ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਰੱਖਦੀਆਂ, ਉਹ ਵੈਰੀਅਰ ਵੀ ਨੇ, ਉਹ ਲੰਗਰ ਵੀ ਚਲਾ ਰਹੀਆਂ, ਤੇ ਇਹ ਸਾਰੀਆਂ ਗੱਲਾਂ। ਲੇਕਿਨ ਜਿਹੜਾ ਤੁਸੀਂ ਕਿਹਾ ਨਾ ਕਿ ਵੀ ਕੀ ਸਿਧਾਂਤਕ ਇਹ ਗੱਲਾਂ ਕਿਤਾਬੀ ਹੀ ਰਹਿ ਜਾਣਗੀਆਂ ਕਿ ਵਾਕਈ, ਤੇ ਦੂਜੇ ਪਾਸੇ ਜਿਹੜਾ ਸੱਚ ਹੈ, ਉਹ ਜਦੋਂ ਦਾ ਮੈਡੀਵਲ ਪੀਰੀਅਡ ਦੇ ਵਿੱਚ ਸਾਡੇ ਕੋਲ ਫਿਊਡਲ ਸਿਸਟਮ ਆਇਆ ਨਾ, ਉਹਨੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਔਰਤ ਦੀ ਹੋਂਦ ਹੈ ਨਾ, ਉਹ ornamental ਕਰ ਦਿੱਤੀ। ਲਾਈਕ ਜਦੋਂ ਤੁਸੀਂ ਵੈਸਟ ਵਿੱਚ ਵੀ ਦੇਖਦੇ ਹੋ ਨਾ,
ਤਾਂ ਜਿਹੜੇ ਕ੍ਰਿਸਚੀਅਨਿਟੀ ਹੈ ਉਹਦੇ ਵਿੱਚ ਜਿਹੜੀ ਕੈਥੋਲਿਕ ਕ੍ਰਿਸਚੀਅਨਸ ਸੀਗੇ ਤੇ ਉਹਨਾਂ ਦੇ ਪੋਪਸ ਔਰਤਾਂ ਲਈ ਉਨੇ ਹੀ ਖਤਰਨਾਕ ਸਨ ਜਿੰਨੇ ਸਾਡੀ ਮਨੁ ਸਿਮਰਤੀ ਦੇ ਵਰਸਾਏ ਹੋਏ ਔਰਤਾਂ ਦੀ ਜੋ ਦਸ਼ਾ ਦਿਸ਼ਾ ਸੀਗੀ। ਤਾਂ ਉਹ ਕਹਿੰਦੇ ਹੁੰਦੇ ਸੀ ਕਿ ਵਿਮਨ ਯੂ ਆਰ ਸਪੋਜ਼ ਟੂ ਡੂ 4 C's। ਸੀ ਜਿਹੜੀ ਹੈ ਸੀ ਫॉर ਕੈਟ, ਤਾਂ ਉਹ ਸੀ ਕੀ ਸੀਗੀ? ਕੇਅਰਿੰਗ, ਚਿਲਡਰਨ, ਕੁਕਿੰਗ ਐਂਡ ਕਲੀਨਿੰਗ। ਤੁਸੀਂ ਇਹਨਾਂ ਚਾਰਾਂ ਚੀਜ਼ਾਂ ਵਾਸਤੇ ਹੀ ਹੋ। ਬੱਚੇ ਜੰਮੋ, ਪਾਲੋ, ਪੋਸੋ ਤੇ ਘਰ ਦੀ ਸਫਾਈ ਕਰੋ, ਬਸ ਤੁਹਾਡੀ ਇਹੀ ਸੀਮਾ। ਇਸੇ ਕਰਕੇ ਵੈਸਟ ਵਿੱਚ ਵੀ ਜਿਹੜਾ ਫੈਮਿਨਿਜ਼ਮ ਹੈ ਉਹ ਸਾਡੇ ਤੋਂ ਕਿਤੇ ਪਹਿਲੇ ਰਿਐਕਸ਼ਨ ਦੇ ਵਿੱਚ ਆਇਆ। ਲੇਕਿਨ ਪੰਜਾਬ ਦੀ ਹਾਲਾਤ ਇਹੋ ਜਿਹੀ ਸੀਗੀ ਕਿ ਸਾਡੇ ਕੋਲ ਐਜੂਕੇਸ਼ਨ ਨਹੀਂ ਸੀ। ਸਾਡੇ ਕੋਲ ਮਦਰਸਿਆਂ 'ਚ ਮੁੰਡੇ ਹੀ ਜਾਂਦੇ ਸੀ, ਕੁੜੀ ਤੇ ਕੋਈ ਸਾਹਿਬਾ ਚਲੇ ਗਈ ਤੇ ਕਿ ਆਮ ਜਿਹੜੀ ਲੋਕਾਈ ਹੈ ਮਦਰਸਿਆਂ ਤੱਕ ਵੀ ਨਹੀਂ ਸੀ ਜਾਂਦੀ। ਸੋ ਅਸੀਂ ਬਹੁਤ ਸਦੀਆਂ ਪਿਛੜੇ ਹੋਏ ਸਾਂ, ਲੇਕਿਨ ਅਸੀਂ ਪਿਛੜੇ ਹੋਏ ਜ਼ਰੂਰ ਸਾਂ, ਅਨਐਜੂਕੇਟਿਡ ਸੀ, ਸਾਡੇ ਕੋਲ ਵੋਟ ਪਾਉਣ ਦੇ ਅਧਿਕਾਰ ਨਹੀਂ ਸੀ, ਪਰ ਅਸੀਂ ਦਿਮਾਗ ਵੱਲੋਂ ਬੰਦ ਨਹੀਂ ਸਾਂ, ਸਾਡੇ ਦਿਮਾਗ ਖੁੱਲੇ ਸਨ। ਇਹ ਜਿਹੜਾ ਇੱਕ ਨੈਚੁਰਲ ਰਿਐਕਸ਼ਨ ਸੀਗਾ ਨਾ ਔਰਤ ਦਾ ਕਿਤਾਬੀ ਦੁਨੀਆ ਨੂੰ ਛੱਡ ਕੇ, ਉਹ ਮੈਂ ਦੇਖਿਆ ਪਹਿਲੀ ਵਾਰੀ ਕਿਸਾਨੀ ਸੰਘਰਸ਼ ਦੇ ਵਿੱਚ। ਇਹਨੇ ਮੈਨੂੰ ਦੱਸਿਆ ਕਿ ਅਸਲੀ ਨਾਰੀਵਾਦ ਇਹ ਵੇ। ਉਸ ਵੇਲੇ ਤੇ ਮੈਂ ਉਹ ਜਿਹੜੀ ਕਵਿਤਾ ਪੜ੍ਹੀ ਸੀਗੀ, ਸੁਨ ਫੈਜ਼ ਅਹਿਮਦ ਫੈਜ਼, ਇਹ ਜਨਾਨੀਆਂ ਜਿਹੜੀਆਂ ਇਹਨਾਂ ਨੇ ਹਰੇ ਪੀਲੇ ਚੁੰਨੀਆਂ ਦਾ ਸੈਲਾਬ ਲੈ ਆਂਦਾ, ਇੱਕ ਪੂਰਾ ਜਿਹੜੀ ਕ੍ਰਾਂਤੀ ਲੈ ਕੇ ਵਾਪਰੇ। ਇਹ ਤਾਂ ਖੱਫਣ ਵੀ ਆਪਣੇ ਝੋਲਿਆਂ ਵਿੱਚ ਪਾ ਕੇ ਲਿਆਈਆਂ, ਟਰੈਕਟਰਾਂ ਤੇ ਉਹ ਗਈਆਂ। ਉੱਥੇ ਤੁਸੀਂ ਕੋਈ ਬਲਾਤਕਾਰ, ਕੋਈ ਇਹੋ ਜਿਹਾ ਕੋਈ ਕੇਸ ਸੁਣਿਆ? ਦਿਸ ਇਜ਼ ਦ ਰੀਅਲ ਫੈਮਿਨਿਜ਼ਮ। ਜਿਹੜੀ ਸਾਡੀ ਲੋਕ ਚੇਤਨਾ ਹੈ ਉਹਦੇ ਵਿੱਚ ਸਾਡੀ ਔਰਤ ਸੁੱਤੀ ਹੋਈ ਨਹੀਂ ਹੈ। ਸਿਰਫ ਜਿੱਥੇ ਜਿੱਥੇ ਉਹ ਮੈਨ ਸ਼ਵਨਿਕ ਹੈ ਤਾਂ ਉੱਥੇ ਉੱਥੇ ਉਹ ਦੱਬੀ ਹੋਈ ਹੈ, ਤੇ ਉਹ ਵੀ ਆਪਣੇ ਆਪਣੇ ਰਾਹ ਨਿਕਾਲ ਰਹੇ ਨੇ। ਕਾਨੂੰਨ ਨੇ ਸਾਨੂੰ ਰਾਈਟਸ ਦਿੱਤੇ ਨੇ, ਸਭ ਕੁਝ ਦਿੱਤਾ ਹੈ, ਲੇਕਿਨ ਅਵੇਅਰਨੈਸ ਜਦੋਂ ਆ ਜਾਏਗੀ, ਹੁਣ ਜਦੋਂ ਤੁਹਾਡੇ ਵਰਗੀਆਂ ਚਾਨਣ ਮੁਨਾਰੀਆਂ ਇੰਨੇ ਸੋਹਣੇ ਖਿਆਲਾਂ ਦੇ ਨਾਲ ਦੇਸ਼ ਦਿਸ਼ਾਵਾਂ ਦਿਸ਼ਾਂਤਰਾਂ 'ਚ ਫੈਲੀਆਂ ਹੋਈਆਂ, ਤਾਂ ਕੀ ਅਸੀਂ ਹਾਲੇ ਵੀ ਨੈਗੇਟਿਵ ਸੋਚਾਂਗੇ? ਬਿਲਕੁਲ ਵੀ ਨਹੀਂ। ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜਾ ਪੰਜਾਬ ਦਾ ਨਾਰੀਵਾਦ ਹੈ, ਇਹਦੇ ਜਿਹੜੇ ਨਕਸ਼ ਨੁਹਾਰ ਨੇ, ਇਹ ਦੁਨੀਆ ਨੂੰ ਮੈਸੇਜ ਦੇਣਗੇ। ਸਾਡੇ ਕੋਲ ਅਕੈਡਮਿਕਲੀ ਔਰ ਸਿਧਾਂਤਕ ਤੌਰ ਤੇ ਉਹ ਆਵਾਜ਼ ਜਦੋਂ ਬੜੀ ਫਾਈਨ ਹੋ ਕੇ ਤੁਹਾਡੇ ਚੋਂ ਕੋਈ ਇਹੋ ਜਿਹੇ ਨਿਕਲਣਗੇ ਹਸਤਾਖਰ, ਜਦੋਂ ਦੁਨੀਆ ਦੇ ਨਾਲ, ਵੈਸਟ ਦੇ ਨਾਲ ਸੰਵਾਦ ਰਚਾਣਗੇ, ਤਾਂ ਅਸਲੀ ਨਾਰੀਵਾਦ ਪੰਜਾਬ ਦਾ ਉਦੋਂ ਸਾਹਮਣੇ ਆਏਗਾ। ਹੁਣ ਕੈਨੇਡਾ ਦੇ ਵਿੱਚ ਵੀ ਮੈਂ ਇਹੋ ਜਿਹੇ ਵਾਗਾ ਜਿਹੜੀ ਮੈਗਜ਼ੀਨ ਹੈ ਉਹਦੇ 'ਚ ਪੜ੍ਹਿਆ, ਮੈਂ ਮਤਲਬ ਕਿ ਹੈਰਾਨ ਰਹਿ ਗਈ ਕਿ ਅਜੇ ਵੀ ਇਹੋ ਜਿਹੇ ਕ੍ਰਾਈਮ ਹੋ ਰਹੇ ਨੇ, ਇੱਥੇ ਆ ਕੇ ਵੀ ਹੋ ਰਹੇ ਨੇ। ਤਾਂ ਇਹ ਤੁਹਾਡਾ ਹੁਣ ਰੋਲ ਬਣਦਾ ਹੈ ਕਿ ਇੱਥੇ ਜਿਹੜਾ ਮਰਸੀ ਕਿਲਿੰਗ ਜਿਹੜੀ ਹੈ, ਆਨਰ ਕਿਲਿੰਗ ਹੈ, ਔਰ ਕੁੜੀਆਂ ਨੂੰ ਜਿਹੜਾ ਮਾਰਨਾ, ਜੰਮਦਿਆਂ ਤੋਂ ਪਹਿਲੇ ਮਾਰਨਾ, ਇਹਨਾਂ ਚੀਜ਼ਾਂ ਬਾਰੇ ਹੁਣ ਤੁਸੀਂ ਪਹਿਰੇਦਾਰੀ ਕਰਨੀ ਹੈ। ਇਹ ਹਰ ਜਿਹੜਾ ਵੀ ਪ੍ਰਵਾਸੀ ਹੈ, ਜਿਹੜਾ ਡਾਇਸਪੋਰਿਕ ਹੈ, ਉਹਨਾਂ ਦੀਆਂ ਔਰਤਾਂ ਇਹਨਾਂ ਚੀਜ਼ਾਂ ਤੇ ਪਹਿਰਾ ਦੇਣ। ਖਾਲੀ ਕਵਿਤਾ ਲਿਖਣ ਨਾਲ, ਖਾਲੀ ਕਹਾਣੀਆਂ ਲਿਖਣ ਨਾਲ ਕੁਝ ਨਹੀਂ ਬਣਨ ਵਾਲਾ। ਇਹ ਸਾਂਝਾਂ ਜਿਹੜੀਆਂ ਤੁਸੀਂ ਕਿਹਾ ਨਾ ਮੈਨੂੰ ਕੁਲਜੀਤ ਜੀ, ਕਿ ਵੀ ਤੁਹਾਡੀ ਕਵਿਤਾ ਦੇ ਵਿੱਚ ਕਿਤੇ ਕਿਤੇ ਤੁਸੀਂ ਸੋਸ਼ਲ ਐਕਟਿਵਿਸਟ ਵੀ ਨਜ਼ਰ ਆਉਂਦੇ ਹੋ। ਇਹੀ ਮੇਰਾ ਸੋਸ਼ਲ ਐਕਟਿਵਿਜ਼ਮ ਹੈ ਕਿ ਮੈਂ ਤੁਹਾਨੂੰ ਸਭ ਨੂੰ ਤਿਆਰ ਕਰਾਂ ਕਿ ਵੀ ਤੁਸੀਂ ਜਿਵੇਂ ਪਾਤਰ ਕਹਿੰਦਾ ਨਾ, ਸਿਤਮ ਹਟਾਓ, ਸਿਤਮ ਤੇ ਨਿਰੀ ਗਜ਼ਲ ਨਾ ਲਿਖੋ। ਸੋ ਸਾਨੂੰ ਖਾਲੀ ਗੀਤ ਗਜ਼ਲ ਲਿਖਣੇ ਨਹੀਂ, ਗੀਤ ਗਜ਼ਲ ਦੇ ਵਿੱਚ ਜਿਹੜੀ ਸਾਡੇ ਲੇਖਨ ਦੇ ਵਿੱਚ ਜਿਹੜੀ ਪੇਨ ਹੈ, ਜਿਹੜੇ ਸਮੱਸਿਆਕਾਰ ਨੇ, ਉਹਨਾਂ ਨੂੰ ਅਸੀਂ ਦੂਰ ਕਰਨਾ ਹੈ, ਤੇ ਉਹ ਸਾਰੀ ਅਸੀਂ ਰਲ ਕੇ ਸਭ ਨੇ ਕਰਨਾ ਹੈ। ਤਾਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਫੈਮਿਨਿਜ਼ਮ ਦੇ ਖਿਆਲ ਨੇ, ਉਹ ਸਾਰੀ ਦੁਨੀਆ ਦੇ ਵਿੱਚ ਪੰਜਾਬਣ ਜਿਹੜੀ ਹੈ ਉਹ ਜੁੱਸੇ ਵੱਲੋਂ ਵੀ ਚੁਸਤ ਹੈ ਔਰ ਦਿਮਾਗ ਵੱਲੋਂ ਵੀ ਚੁਸਤ ਹੈ। ਸਿਰਫ ਸੁਸਤੀ ਪਾਈ ਹੈ ਤੇ ਸਾਡੇ ਸਿਸਟਮ ਨੇ ਪਾਈ ਹੈ, ਉਹ ਗਰਦ ਅਸੀਂ ਹਟਾਣੀ ਹੈ।
ਤੇ ਆਪਣੀ ਜਿਹੜੀ ਅਸਲੀ ਪਛਾਣ ਹੈ ਉਹ ਹਾਲੇ ਬਣਾਉਣ ਲਈ ਸਾਨੂੰ ਇੱਕ ਹੋਰ ਸੰਘਰਸ਼ ਕਰਨ ਦੀ ਲੋੜ ਹੈ, ਜਿਹੜਾ ਅਸੀਂ ਸਾਰੇ ਸਿਸਟਰਹੁੱਡ ਦੇ ਨਾਲ ਮਿਲ ਕੇ ਹੀ ਕਰ ਸਕਦੇ ਹਾਂ। ਇਸੇ ਕਰਕੇ ਮੈਨੂੰ ਜਦੋਂ ਵੀ ਤੁਸੀਂ ਆਵਾਜ਼ ਮਾਰਦੇ ਹੋ, ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਰਲਦੀ ਹਾਂ, ਕਿਉਂਕਿ ਮੈਂ ਸਮਝਦੀ ਹਾਂ ਕਿ ਇਹਦੇ ਲਈ ਜਿਹੜੀ ਸਾਨੂੰ ਜਿਹੜੀਆਂ ਪੋਲੀਟੀਕਲ ਹੈਜਮਨੀਜ਼ ਬਣੀਆਂ ਹੋਈਆਂ ਉਹਨਾਂ ਨੂੰ ਤੋੜਨ ਲਈ ਅਸੀਂ ਜਦ ਤੱਕ ਸਾਂਝੇ ਤੌਰ ਤੇ ਯਤਨ ਨਹੀਂ ਕਰਾਂਗੇ ਤਾਂ ਅਸੀਂ ਕੋਈ ਵੀ ਮਸਲੇ ਆ ਜਿਹੜੇ ਫਿਰ ਮਸਲੇ ਹੀ ਰਹਿ ਜਾਣਗੇ। ਬਿਲਕੁਲ ਮੈਮ, ਬਹੁਤ ਖੂਬਸੂਰਤੀ ਨਾਲ ਤੁਸੀਂ ਇਸ ਸਾਡੀ ਜਿਹੜਾ ਸਾਡੇ ਮਨ ਚ ਸਵਾਲ ਸੀ ਨਾਰੀਵਾਦ ਦਾ, ਉਹਦੇ ਬਾਰੇ ਤੁਸੀਂ ਗੱਲ ਕੀਤੀ। ਤੇ ਜਦੋਂ ਅਸੀਂ ਮੈਮ ਗੱਲ ਕਰਦੇ ਹਾਂ ਅਨੁਵਾਦ ਜਿਹੜਾ ਤੁਸੀਂ ਖੇਤਰ ਚੁਣਿਆ, ਅਨੁਵਾਦ ਕਰਨਾ ਕੋਈ ਸੌਖਾ ਕਾਰਜ ਨਹੀਂ ਹੈਗਾ। ਅਨੁਵਾਦ ਵਾਸਤੇ ਬੜਾ ਇੱਕ ਦੋਨਾਂ ਭਾਸ਼ਾਵਾਂ ਦਾ, ਜਿਸ ਭਾਸ਼ਾ ਦਾ ਅਸੀਂ ਅਨੁਵਾਦ ਕਰਨਾ ਔਰ ਜਿਸ ਤੋਂ ਕਰਨਾ, ਬੜਾ ਗੂੜਾ ਰਿਸ਼ਤਾ ਸਥਾਪਿਤ ਕਰਨਾ ਪੈਂਦਾ। ਅਨੁਵਾਦ ਕਰਨ ਦਾ ਤੁਹਾਡੇ ਮਨ ਚ ਕਦੋਂ ਤੋਂ ਖਿਆਲ ਆਇਆ? ਜੇ ਤੁਸੀਂ ਇਸ ਪਾਸੇ ਕਦੋਂ ਗਏ, ਕਿਹੜੀ ਪ੍ਰੇਰਨਾ? ਹਾਂਜੀ, ਹਾਂ, ਤੁਹਾਨੂੰ ਮੈਂ ਦੱਸਿਆ ਨਾ, ਟੀਚਿੰਗ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ, ਲੇਕਿਨ ਜਦੋਂ ਮੈਂ ਟੀਚਿੰਗ ਨਹੀਂ ਕਰ ਸਕੀ, ਜਦੋਂ ਮੈਂ ਹਾਊਸ ਵਾਈਫ ਸੀਗੀ ਤਾਂ ਪੜ੍ਹਦੀ ਮੈਂ ਫਿਰ ਵੀ ਰਹਿੰਦੀ ਸੀਗੀ, ਤੇ ਉਦੋਂ ਮੈਨੂੰ ਇੰਨੇ ਮਤਲਬ ਰਾਈਟਰਸ ਵਗੈਰਾ ਬਾਰੇ ਨਹੀਂ ਸੀ ਪਤਾ, ਨਾ ਹੀ ਅਕੈਡਮੀਜ਼ ਦੇ ਬਾਰੇ ਪਤਾ ਸੀ, ਕਿਉਂਕਿ 20 ਸਾਲ ਦਾ ਜਿਹੜਾ ਵਕਫਾ ਹੁੰਦਾ ਕਾਫੀ ਵੱਡਾ ਵਕਫਾ ਹੁੰਦਾ। ਅੱਜ ਕੱਲ ਤਾਂ ਇੱਕ ਦਸ਼ਕ ਦੇ ਵਿੱਚ, ਇੱਕ ਦਹਾਕੇ ਦੇ ਵਿੱਚ ਦੁਨੀਆ ਬਦਲ ਰਹੀ ਹੈ। ਬੱਚਿਆਂ ਦੇ ਨਾਲ ਸਾਡੇ ਬੱਚੇ ਔਰ ਉਹਨਾਂ ਦੇ ਬੱਚੇ ਜਿਹੜੇ ਆ, ਉਹਨਾਂ ਦੇ ਵਿੱਚ ਬਹੁਤ ਸੋਚ ਦਾ ਫਰਕ ਹੈ। ਦੁਨੀਆ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਕਿਉਂਕਿ ਸਪੇਸ ਦਿਨੋ ਦਿਨ ਵੱਧ ਰਹੀ ਹੈ। ਜਿੱਥੇ ਦੂਰੀਆਂ ਘਟ ਰਹੀਆਂ, ਸਪੇਸਿਸ ਬਹੁਤ ਜ਼ਿਆਦਾ ਵੱਧ ਵੀ ਰਹੀਆਂ। ਤਾਂ ਜਿਹੜਾ ਫਿਜ਼ਿਕਸ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਤਾਂ ਇਸ ਕਰਕੇ ਹੁਣ ਜਿਹੜਾ ਮੈਂ ਤੁਹਾਡਾ ਸਵਾਲ ਹੀ ਭੁੱਲ ਗਈ ਆਪਣੀ ਗੱਲ ਕਰਦੇ ਕਰਦੇ, ਤੁਸੀਂ ਅਨੁਵਾਦ ਦੀ ਗੱਲ ਕੀਤੀ ਸੀ। ਮੈਂ ਤੁਹਾਡੀ ਇੱਕ ਪੁਸਤਕ ਦਿਖਾਈ ਆ, ਪਾਰਿਜਾਤ। ਇਹ ਮੇਰੀ ਹੁਣੇ ਪ੍ਰਕਾਸ਼ਨ ਹੋਈ ਹੈ। ਇਹ ਨਾਸਿਰਾ ਸ਼ਰਮਾ ਦਾ ਇੱਕ ਨੋਵਲ ਸੀਗਾ, ਜਿਹਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਤਾਂ ਮੈਂ ਦੇਖਿਆ ਉਹ ਨੋਵਲ ਪੜ੍ਹ ਕੇ ਜਦੋਂ, ਤਾਂ ਉਹਦੇ ਵਿੱਚ ਜਿਹੜਾ ਬਿਫੋਰ ਇੰਡੀਪੈਂਡੈਂਸ ਐਂਡ ਆਫਟਰ ਇੰਡੀਪੈਂਡੈਂਸ, ਉਹ ਜਿਹੜਾ ਇੱਕ ਹੈ ਨਾ ਹਿੰਦੂ ਮੁਸਲਿਮ ਕਲਚਰ, ਜਿਹੜਾ ਗੰਗਾ ਜਮਨੀ ਕਲਚਰ ਹੈ, ਉਹਦੇ ਬਾਰੇ ਉਹਨੇ ਕਿਸ ਤਰ੍ਹਾਂ ਹਿਊਮੈਨਿਟੀ ਨੂੰ ਸਾਰੇ ਉਹ ਜਾਤਾਂ ਪਾਤਾਂ ਤੋਂ ਅਲੱਗ ਕਰਕੇ ਪਾਰਿਜਾਤ ਜਿਹੜਾ ਹੈ ਇੱਕ ਬੱਚੇ ਦੇ ਨਾਮ ਤੇ ਉਹਨੂੰ ਪੇਸ਼ ਕੀਤਾ। ਤੇ ਇਸ ਤਰ੍ਹਾਂ ਮੈਂ ਅਨੁਵਾਦ ਕੀਤਾ। ਆ ਜਿਹੜੀ ਤੁਸੀਂ ਗੁੰਤੇਰ ਦੀਆਂ ਸਰਦੀਆਂ ਦਿਖਾ ਰਹੇ ਹੋ, ਸਪੈਨਿਸ਼ ਨੋਵਲ ਹੈ, ਤਾਂ ਇਹਦੇ ਵਿੱਚ ਉਸ ਇੱਕ ਸੱਭਿਆਚਾਰ ਦਾ ਪੈਰਾਗੁਆਇਨ ਜਿਹੜੇ ਨੇ, ਤਾਂ ਉਹ ਉਸ ਟਾਈਮ ਦੇ ਵਿੱਚ ਰੀਸੈਂਟਲੀ 20ਵੀਂ ਸਦੀ ਦੇ ਵਿੱਚ ਜਿਹੜਾ ਕਾਮਰੇਡ ਹੋਵੇ, ਕਵਿਤਰੀ ਹੋਵੇ ਤੇ ਸਮਲਿੰਗੀ ਹੋਵੇ, ਉਹਨਾਂ ਤੇ ਸਰਕਾਰ ਕਿਹੋ ਜਿਹੇ ਤਸ਼ੱਦਦ ਕਰਦੀ ਹੈ। ਤਾਂ ਉਹਦੀ ਪੇਨ ਨੂੰ ਜਿਸ ਵੇਲੇ ਮੈਂ ਮਹਿਸੂਸ ਕੀਤਾ, ਤੇ ਇਹ ਮੈਨੂੰ ਲੱਗਾ ਕਿ ਸਰਵ ਵਿਆਪੀ ਹੈ। ਇਸ ਤਰ੍ਹਾਂ ਦੇ ਜਿਹੜੇ ਖਿਆਲ ਨੇ ਇਹ ਆਪਣੀ ਭਾਸ਼ਾ 'ਚ ਲੈ ਕੇ ਆਣੇ ਚਾਹੀਦੇ ਨੇ। ਮੈਂ ਜਦੋਂ ਵੀ ਕੋਈ ਅਨੁਵਾਦ ਕਰਦੀ ਹਾਂ ਤਾਂ ਪਹਿਲੇ ਮੈਂ ਇਹ ਗੱਲ ਸੋਚਦੀ ਹਾਂ, ਕਿਉਂਕਿ ਮੈਂ ਜਿਹੜੀ ਭਾਰਤੀ ਆਪਣਾ ਸਾਡੀ ਸਾਹਿਤ ਅਕੈਡਮੀ ਹੈ ਦਿੱਲੀ, ਇਹ 24 ਭਾਸ਼ਾਵਾਂ, ਜਦੋਂ ਕਿ ਕਨਸਟੀਟਿਊਸ਼ਨ ਦੇ ਵਿੱਚ 22 ਭਾਸ਼ਾਵਾਂ ਨੇ, ਲੇਕਿਨ ਇਹ 24 ਭਾਸ਼ਾਵਾਂ ਨਾਲ ਡੀਲ ਕਰਦੀ ਹੈ। ਤਾਂ ਮੇਰਾ ਸ਼ੌਂਕ ਇਹੋ ਹੀ ਰਹਿੰਦਾ ਹੈ ਕਿ ਕਵਿਤਾ ਮੇਰੀ ਪਹਿਲੀ ਮੁਹੱਬਤ ਹੈ, ਤਾਂ ਮੈਂ ਫਿਰ ਕਵਿਤਾ ਖਾਸ ਕਰਕੇ ਬਹੁਤ ਜ਼ਿਆਦਾ ਅਨੁਵਾਦ ਕੀਤੀ ਹੈ, ਚਾਹੇ ਉਹ ਮਲਿਆਲਮ ਕਵੀ ਸਚਿਦਾਨੰਦ ਹੋਏ, ਉੜੀਆ ਦਾ ਕਵੀ ਹੋਏ ਰਮਾਕਾਂਤ ਰੱਥ ਹੋਏ, ਜਾਂ ਹੋਰ ਬਹੁਤ ਸਾਰੇ ਰਾਈਟਰਸ ਕੀਤੇ ਨੇ, ਪੀ ਸਤਪਥੀ ਔਰ ਬਹੁਤ ਸਾਰੇ। ਮੇਰਾ ਖਿਆਲ ਹੈ ਕਿ ਮੈਂ ਭਾਰਤੀ ਭਾਸ਼ਾਵਾਂ ਚੋਂ ਕੋਈ ਵੀ ਇੱਕ ਭਾਸ਼ਾ ਦੀ ਕੋਈ ਨਾ ਕੋਈ ਕੰਮ ਜ਼ਰੂਰ ਕੀਤਾ, ਤਾਂ ਕਿ ਮੈਂ ਉਹਨਾਂ ਨੂੰ ਪੰਜਾਬੀ ਆਪਣਾ ਪਾਠਕਾਂ ਨੂੰ ਦੇ ਸਕਾਂ। ਲੇਕਿਨ ਮੇਰੀ ਸੀਮਾ ਕੀ ਕਹਿੰਦੀ ਹੈ ਨਾ, ਕਿ ਮੇਰੇ ਖਿਆਲ ਜਿਹੜੇ ਹੈ 7 ਆਕਾਸ਼ਾਂ ਤੋਂ ਵੀ ਪਾਰ ਦੇ ਸੋਚ ਹੈ, ਜਿਹੜੀ ਉਕਾਬ ਦੀ ਉਡਾਰੀ ਤੋਂ ਵੀ ਉੱਚੀ ਅਗਰ ਕੋਈ ਹੋ ਸਕਦੀ ਹੈ, ਤਾਂ ਮੈਂ ਏਦਾਂ ਸੋਚਦੀ ਹਾਂ। ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਸਾਡੇ ਪਿਓ ਦਾਦਿਆਂ ਦਾ ਖਜ਼ਾਨਾ ਬਾਬਾ ਫਰੀਦ ਤੋਂ ਲੈ ਕੇ ਈਵਨ ਨਾਥ ਜੋਗੀ ਵੀ ਆਣੇ ਚਾਹੀਦੇ ਨੇ, ਕਿ ਵੀ ਉਹ ਕਿਵੇਂ ਸੋਚਦੇ ਸਨ। ਤਾਂ ਬਾਬੇ ਨਾਨਕ ਦੀ ਬਾਣੀ ਹੈ, ਸਾਡੇ ਕੋਲ ਕਿੱਸਾ ਕਾਵ ਹੈ, ਸਾਡੇ ਕੋਲ ਸੂਫੀ ਕਾਵ ਹੈ, ਸਾਡੇ ਕੋਲ ਗੁਰਮਤ ਕਾਵ ਹੈ, ਤੇ ਵਾਰ ਕਾਵ ਹੈ, ਸਾਡੇ ਕੋਲ ਇੰਨਾ ਖਜ਼ਾਨਾ ਹੈ। ਤੇ ਉਹ ਜਿਹੜਾ ਰਿਚ ਹੈਰੀਟੇਜ ਹੈ, ਉਹ ਗੁਰੂ ਗ੍ਰੰਥ ਸਾਹਿਬ ਯੰਗੈਸਟ
ਰਿਲੀਜਨ ਹੈ, ਲੇਕਿਨ ਸਭ ਤੋਂ ਜ਼ਿਆਦਾ ਪੋਸਟ ਮਾਡਰਨ ਰਿਲੀਜਨ ਹੈ। ਮੇਰੇ ਫਿਕਰ ਇਹ ਨੇ ਕਿ ਅਸੀਂ ਦੂਜੀਆਂ ਭਾਸ਼ਾਵਾਂ 'ਚ ਕਿਵੇਂ ਲੈ ਕੇ ਜਾਈਏ। ਇਸ ਕਰਕੇ ਮੈਂ ਖਾਲੀ ਪੰਜਾਬੀ ਨਹੀਂ ਕਰਦੀ, ਮੈਂ ਕਹਿੰਦੀ ਆ ਪੰਜਾਬੀ ਤੋਂ ਇਟਾਲੀਅਨ 'ਚ, ਫ੍ਰੈਂਚ ਦੇ ਵਿੱਚ, ਇੰਗਲਿਸ਼ ਦੇ ਵਿੱਚ, ਜਰਮਨ ਦੇ ਵਿੱਚ, ਜਾਪਾਨੀ ਭਾਸ਼ਾ ਦੇ ਵਿੱਚ, ਏਸ਼ੀਅਨ ਔਰ ਯੂਰਪੀਅਨ ਮੁਲਕਾਂ ਦੀਆਂ ਭਾਸ਼ਾਵਾਂ ਦੇ ਵਿੱਚ ਸਾਡਾ ਸਾਹਿਤ ਜਾਣਾ ਚਾਹੀਦਾ ਹੈ। ਮੈਨੂੰ ਇਹੋ ਜਿਹੇ ਹਸਤਾਖਰਾਂ ਦੀ ਲੋੜ ਹੈ, ਇਹੋ ਜਿਹੇ ਅਨੁਵਾਦਕਾਂ ਦੀ ਲੋੜ ਹੈ ਜਿਹੜੇ ਕਿ ਬਈ ਘੱਟੋ ਘੱਟ ਬਾਈਲਿੰਗੁਅਲ ਹੋਣ, ਕਿਉਂਕਿ ਹਾਲੇ ਤੱਕ ਤਾਂ ਅਸੀਂ ਹਿੰਦੀ ਅੰਗਰੇਜ਼ੀ ਨੂੰ ਮਾਧਿਅਮ ਬਣਾ ਕੇ ਕਰ ਰਹੇ ਹਾਂ, ਤੇ ਤੁਸੀਂ ਲੋਕ ਜਿਹੜੇ ਪਰਦੇਸਾਂ 'ਚ ਵਸਦੇ ਹੋ ਉਹ ਆਪਣੇ ਅੱਗੋਂ ਜਨਰੇਸ਼ਨ ਨੂੰ ਮੋਟੀਵੇਟ ਕਰਨ ਕਿ ਉਹ ਘੱਟੋ ਘੱਟ ਇੱਕ ਭਾਸ਼ਾ ਇਹੋ ਜਿਹੀ ਸਿੱਖਣ, ਪੰਜਾਬੀ ਵੀ ਸਿੱਖਣ ਤੇ ਸਾਡੇ ਲਿਟਰੇਚਰ ਨੂੰ ਉਹਦੇ 'ਚ ਲੈ ਕੇ ਆਉਣ। ਹਾਲਾਂਕਿ ਮਸ਼ੀਨੀ ਤਾਂ ਤੁਸੀਂ ਹਰ ਭਾਸ਼ਾ ਦੇ ਵਿੱਚ, ਫੋਨਾਂ ਦੇ ਵਿੱਚ ਵੀ ਆ ਗਿਆ ਕਿ ਵੀ ਕੋਈ ਵੀ ਭਾਸ਼ਾ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ, ਲੇਕਿਨ ਲਿਟਰੇਚਰ ਦੀ ਭਾਸ਼ਾ ਔਰ ਮਸ਼ੀਨ ਦੀ ਭਾਸ਼ਾ ਦਾ ਫਰਕ ਤੁਸੀਂ ਸਾਰੇ ਸਮਝਦੇ ਹੋ। ਕਵਿਤਾ ਨੂੰ ਜਾਂ ਨਾਟਕਾਂ ਨੂੰ ਜਾਂ ਕਹਾਣੀਆਂ 'ਚ ਜਿਹੜੇ ਮੈਟਾਫਰਸ ਹੁੰਦੇ ਆ, ਸਿੰਬਲਸ ਹੁੰਦੇ ਆ, ਉਹ ਮਸ਼ੀਨੀ ਅਨੁਵਾਦ ਨਹੀਂ ਕਰ ਸਕਦੇ। ਇਸ ਕਰਕੇ ਜਿੱਥੇ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਆਪਣੇ ਸੋਰਸਿਸ ਤੱਕ ਲੈ ਕੇ ਆ ਰਹੇ ਹਾਂ, ਸਾਡੇ ਸੋਰਸਿਸ ਵੀ ਬਾਹਰ ਜਾਣ ਦੇ ਮੇਰੇ ਫਿਕਰ ਨੇ ਜਿਹੜੇ ਮੈਨੂੰ ਬਹੁਤ ਤੰਗ ਕਰਦੇ ਨੇ। ਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਮੇਰੇ ਦਰਸ਼ਕ ਸੁਣ ਰਹੇ ਨੇ ਤਾਂ ਇਹ ਮੇਰੇ ਨਾਲ ਜਿਹੜਾ ਹੈ ਕਿ ਵੀ ਜ਼ਰੂਰ ਮੇਰੀ ਹੈਲਪ ਕਰਨਗੇ। ਅਸੀਂ ਵੀ ਸਾਹਿਤ ਅਕੈਡਮੀ ਵੱਲੋਂ ਜਿੰਨਾ ਹੋ ਸਕੇਗਾ ਤੁਹਾਡੇ ਨਾਲ ਪੂਰੀ ਹੈਲਪ ਕਰਾਂਗੇ। ਅਸੀਂ ਤੁਹਾਡੇ ਨਾਲ ਪੂਰਾ ਕੰਧੇ ਨਾਲ ਕੰਧਾ ਮਿਲਾ ਕੇ ਚੱਲਾਂਗੇ। ਪਰ ਜਿਹੜੀ ਪੰਜਾਬ ਦੀ ਆਵਾਜ਼ ਹੈ ਇਹ ਦੁਨੀਆ 'ਚ ਜਾਣੀ ਚਾਹੀਦੀ ਹੈ, ਉਹ ਵਾਲੀ ਮਿੱਠਤ ਨੀਵੀਂ ਨਾਨਕਾ ਵਾਲੀ। ਅਸੀਂ ਜਿਹੜੇ ਬਦਨਾਮ ਹੋਏ ਆ ਪੰਜਾਬੀ ਹੋਰ ਤਰ੍ਹਾਂ ਦੇ ਨਾਲ, ਅੱਜ ਕੱਲ ਆਤੰਕਤਾ ਦਾ ਜਦੋਂ 9/11 ਹੋਇਆ ਤਾਂ ਸਰਦਾਰਾਂ ਨੂੰ ਵੀ ਉਸ ਤਰ੍ਹਾਂ ਦੇ ਰੂਪ 'ਚ ਦੇਖਿਆ ਗਿਆ। These things hurts me। ਮੈਨੂੰ ਇਹ ਚੀਜ਼ਾਂ ਬਹੁਤ ਤਕਲੀਫ ਦਿੰਦੀਆਂ ਕਿ ਅਸੀਂ ਤੇ ਨਾਨਕ ਦੇ ਵਰਸਾਏ ਹੋਏ ਆ। ਅਸੀਂ ਤਾਂ ਉਦੋਂ ਤਲਵਾਰ ਚੁੱਕਦੇ ਆ ਜਬ ਨਿਧਾਨ ਬਨੇ ਅਤਹੀ ਤਬ ਰਣ ਮੇ ਜੂਝ ਮਰੇ। ਉਸ ਵੇਲੇ ਵੀ ਅਸੀਂ ਨਾਲ ਉੱਥੇ ਉਹ ਆਪਣੇ ਭਾਈ ਕਨਈਆ ਵਰਗੇ ਨਾਲ ਲੈ ਆਨੇ ਆ। ਸਾਡੇ ਅੰਦਰ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਅਸੀਂ ਇਸ ਤਰ੍ਹਾਂ ਦੇ ਪੰਜਾਬ ਦੇ ਵਰਸਾਏ ਹੋਏ ਆ, ਪੂਰਨ ਸਿੰਘ ਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਸ ਕਰਕੇ ਜਿਹੜਾ ਸਾਡਾ ਬਹੁਤ ਮੈਂ ਥੋੜਾ ਜਿਹਾ ਫੋਨ ਤੇ ਵੀ ਨਾਲ ਗਿਆ ਕਿ ਮੈਂ ਕਿਹਾ ਤਾਂ ਡਿਸਟਰਬੈਂਸ ਹੋ ਰਹੀ ਹੈ, ਮੈਂ ਥੋੜਾ ਇਹਨੂੰ ਬੰਦ ਕਰਾਂ ਕਿਉਂਕਿ ਮੈਂ ਸਕਰੀਨ ਸ਼ੇਅਰ ਦਾ ਮੈਡਮ ਨੇ ਫੇਰ ਮੇਰਾ ਹਟਾ ਦਿੱਤਾ ਲੱਗਦਾ। ਮੈਡਮ ਬੜੀ ਤੁਸੀਂ ਭਾਵੁਕਤਾ ਨਾਲ ਤੇ ਬੜੀ ਚੇਤਨਾ ਨਾਲ ਸਾਨੂੰ ਦੋਨੋਂ ਆਨਸਰ ਦੇ ਰਹੇ, ਬਹੁਤ ਭਾਵੁਕ ਤੇ ਚੇਤਨਾ ਦੋਨੋਂ ਤੁਹਾਡੇ। ਜੀ ਜਦੋਂ ਤੁਸੀਂ ਕਰਦੇ ਹੋ ਨਾ ਕਦੇ ਫੋਨ ਤੋਂ ਕਦੀ ਉਹਦੇ ਤੋਂ, ਆਪਣੇ ਆਪ ਤੁਸੀਂ ਨਾ ਉਹ ਹੋ ਜਾਂਦੇ ਹੋ। ਹਾਂ ਸ਼ਾਇਦ ਮੈਮ ਏਦਾਂ ਹੁੰਦਾ ਕਿਉਂਕਿ ਮੇਰੇ ਥੋੜੀ ਜਿਹੀ ਅੱਜ ਮੈਂ ਦੁਬਾਰਾ ਕਰਦੀ ਤੁਹਾਨੂੰ ਫਿਰ ਕਰਦੀ। ਕੋਈ ਗੱਲ ਨਹੀਂ। ਇਹ ਅਸੀਂ ਬਹੁਤ ਆਨੰਦ ਆ ਰਿਹਾ ਮੈਮ ਤੁਹਾਡੇ ਜਵਾਬਾਂ ਦੇ ਵਿੱਚ। ਇੱਕ ਬੜੀ ਖੂਬਸੂਰਤੀ ਆ, ਸੋਹਣੀ ਸੂਰਤ ਤੇ ਸੋਹਣੀ ਸੀਰਤ ਤਾਂ ਤੁਹਾਡੀ ਹੈਗੀ ਹੈ। ਤੁਹਾਡੇ ਆਨਸਰ ਵੀ ਤੁਹਾਡੇ ਜਵਾਬਾਂ 'ਚ ਵੀ